ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਪੰਡਿਤ ਜੋ ਮਨ ਪ੍ਰਬੁੱਧੈ, RAM ਨਾਮ ਆਤਮ ਮੈਂ ਸੋਧੈ। RAM ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ। ਵੇਦ ਪੁਰਾਣ ਸਿਮਰਤ ਬੁਝੈ ਮੂਲ, ਸੂਖਮ ਮੈਂ ਜਾਣੈ ਅਸਥੂਲ। ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਰ ਧਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੂ ਜੁਗਤ ਕਿਤੈ ਨ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾ ਪਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਜੀ ਪਰੈ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਸੋ ਵਰਤਾਏ ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ। ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨ ਜਾਹੈ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼। ਸਦਾ 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 ਦਇਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਸਦਾ 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 ਦਇਆਲ,
ਸਿਮਰ ਸਿਮਰ ਨਾਨਕ ਪਏ ਨਿਹਾਲ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਸਜੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਔਰ ਗੁਰਬਾਣੀ ਵਿਚਾਰ ਗਰੁੱਪ ਦੇ ਸੂਝਵਾਨ ਪਤਵੰਤੇ ਸੱਜਣੋ, ਆਪ ਜੀ ਦੇ ਚਰਨਾਂ 'ਚ ਆਪਣੀ ਤੁੱਛ ਬੁੱਧੀ ਅਨੁਸਾਰ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਰਚਨਾ ਸੁਖਮਨੀ ਸਾਹਿਬ ਦੀ ਵਿਚਾਰ ਆਪਣੀ ਹਕੀਰ ਬੁੱਧੀ ਦੁਆਰਾ ਹਾਜ਼ਰ ਹੈ। ਹੁਣ ਗੁਰੂ ਸਾਹਿਬ ਫਰਮਾਨ ਕਰਦੇ ਹੈ, ਅਲੱਗ ਅਲੱਗ ਫਿਰਕਿਆਂ ਨੂੰ ਉਪਦੇਸ਼ ਦਿੱਤਾ ਹੋਇਆ, ਕਿਤੇ ਭਗਉਤੀ ਨੂੰ, ਕਿਤੇ ਜਿਹੜੇ ਹੋਰ ਫਿਰਕੇ ਹੈ ਜਿਹੜੇ ਉੱਪਰ ਵੀ ਜ਼ਿਕਰ ਆਇਆ ਜਿਨ੍ਹਾਂ ਦਾ, ਉਹਨਾਂ ਨੂੰ ਉਪਦੇਸ਼ ਹੈ। ਹੁਣ ਅੱਗੇ ਹੋਰ ਫਿਰਕਿਆਂ ਨੂੰ ਵੀ ਉਪਦੇਸ਼ ਕਰ ਰਹੇ ਹੋ, ਕਿਤੇ ਵੈਸ਼ਨਵਾਂ ਨੂੰ ਉਪਦੇਸ਼ ਹੈ, ਤੇ ਹੁਣ ਉਪਦੇਸ਼ ਦੀ ਗੱਲ ਚੱਲ ਰਹੀ ਹੈ ਪੰਡਿਤ ਦੀ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਪੰਡਿਤ ਕੌਣ ਹੁੰਦਾ ਹੈ? ਜਿਹੜਾ ਆਪਣੇ ਮਨ ਨੂੰ ਸਿੱਖਿਆ ਦੇਵੇ। ਪੰਡਿਤ ਜਾਤ ਕਰਕੇ ਕੋਈ ਪੰਡਿਤ ਨਹੀਂ ਹੈ। ਪੰਡਿਤ ਉਹ ਜਿਹੜਾ ਆਪਣੇ ਮਨ ਨੂੰ ਸਮਝਾ ਲਵੇ, ਇੱਕ ਨਾਲ ਜੁੜ ਜਾਵੇ। ਰਾਮ ਨਾਮ ਆਤਮ ਮੈਂ ਸੁਧ ਹੈ। ਆਪਣੇ ਅੰਦਰ ਰਾਮ ਨਾਮ ਨੂੰ ਵਸਾਵੇ। ਰਾਮ ਨਾਮ ਸਾਰ ਰਸ ਪੀਵੇ। ਰਾਮ ਦੇ ਨਾਂ ਦਾ ਜਿਹੜਾ ਸਾਰ ਹੈ, ਸ੍ਰੇਸ਼ਟਤਾ ਹੈ, ਉਹਨੂੰ ਉਹ ਰਸ ਨੂੰ ਪੀਵੇ। ਉਸ ਪੰਡਿਤ ਕਾ ਉਪਦੇਸ਼ ਜਗ ਜੀਵੇ। ਅਜਿਹਾ ਪੰਡਿਤ ਜਗ ਨੂੰ ਉਪਦੇਸ਼ ਦੇਣ ਵਾਲਾ ਹੁੰਦਾ ਹੈ ਔਰ ਸਾਰਿਆਂ ਸਦਾ ਹਮੇਸ਼ਾ ਜਿਉਂਦਾ ਰਹਿੰਦਾ, ਔਰ ਜਗ ਵੀ ਜਿਉਂਦਾ ਰਹਿੰਦਾ ਉਹਦੇ ਉਪਦੇਸ਼ ਨਾਲ। ਕਿਉਂਕਿ ਜਿਹੜਾ ਬੰਦਾ ਅੰਦਰ ਰਾਮ ਦੇ ਨਾਮ ਨੂੰ ਵਸਾ ਲਵੇ, ਉਹ ਕਦੇ ਵੀ ਮਰਦਾ ਨਹੀਂ, ਅਮਰ ਹੋ ਜਾਂਦਾ। ਹਰ ਕੀ ਕਥਾ ਹਿਰਦੈ ਵਸਾਵੇ। ਹਰੀ ਦੀ ਕਥਾ ਨੂੰ ਅੰਦਰ ਵਸਾ ਲਵੇ, ਸੋ ਪੰਡਿਤ ਫਿਰ ਜੋਨ ਨਾ ਆਵੇ, ਫਿਰ ਨਹੀਂ ਉਹ ਮਰਦਾ ਜੰਮਦਾ। ਵੇਦ ਪੁਰਾਣ ਸਿਮਰਤ ਬੁੱਝੈ ਮੂਲ। ਵੇਦਾਂ ਦਾ, ਪੁਰਾਣਾਂ ਦਾ, ਸਿਮਰਤੀਆਂ ਦਾ ਜਿਹੜਾ ਮੂਲ ਹੈ, ਜੋ ਉਹਦੇ ਵਿੱਚ ਹੈ, ਉਹਨੂੰ ਬੁੱਝੈ। ਅੱਖਰਾਂ ਮਗਰ ਨਾ ਜਾਵੇ। ਅੱਖਰਾਂ ਦੇ ਬਿਹਾਈਂਡ ਦਾ ਲਾਈਨ ਕੁਛ ਬਾਤ ਹੁੰਦੀ ਹੈ, ਕਿਉਂਕਿ ਸਭ ਜਗ੍ਹਾ ਪ੍ਰਭੂ ਬਿਰਾਜਮਾਨ ਹੈ। ਉਸ ਪ੍ਰਭੂ ਨੂੰ ਬੁੱਝੈ। ਸੂਖਮ ਮੈਂ ਜਾਣੈ ਅਸਥੂਲ। ਸੂਖਮ ਦੇ ਵਿੱਚ ਹੀ ਅਸਥੂਲ ਜਾਣੇ। ਸੂਖਮ ਸਾਧ ਸੰਗਤ ਜੀਓ ਬਹੁਤ ਬਰੀਕ ਚੀਜ਼ ਨੂੰ ਕਹਿੰਦੇ ਆ। ਇਹ ਜਿਹੜਾ ਦ੍ਰਿਸ਼ਟਮਾਨ ਸੰਸਾਰ ਹੈ, ਉਹ ਪਰਮਾਤਮਾ ਜੇ ਸੂਖਮ ਹੈ, ਉਹਦੇ ਵਿੱਚ ਹੀ ਹੈ, ਉਹਦੇ ਵਿੱਚ ਹੀ ਜਾਣੇ ਸਾਰੇ। ਇਹਨੂੰ ਅਲੱਗਾ ਨਾ ਸਮਝਿਆ ਉਸ ਤੋਂ। ਜਿਵੇਂ ਸੂਰਜ ਔਰ ਸੂਰਜ ਦੀ ਕਿਰਨ ਹੈ, ਦੋਹੇ ਇੱਕੋ ਹੈ। ਕਿਰਨ ਨੂੰ ਵੀ ਸੂਰਜ ਸਮਝੇ। ਚਹੁ ਵਰਨਾ ਕੋ ਦੇ ਉਪਦੇਸ਼। ਚਾਰੇ ਵਰਨਾਂ ਨੂੰ ਉਪਦੇਸ਼ ਕਰੇ ਫਿਰ ਉਹ, ਇਕੱਲੇ ਇੱਕ ਫਿਰਕੇ ਨੂੰ ਨਹੀਂ, ਚਾਰਾਂ ਨੂੰ। ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਉਸ ਅਜਿਹੇ ਪੰਡਿਤ ਨੂੰ ਸਦਾ ਹੀ ਨਮਸਕਾਰ ਹੈ, ਜਿਹੜਾ ਆਪਣੇ ਅੰਦਰ ਇੱਕ ਨੂੰ ਵਸਾਉਂਦਾ ਹੈ, ਰਾਮ ਦੇ ਨਾਮ ਦਾ ਸਾਰ ਰਸ ਪੀਂਦਾ ਹੈ। ਉਸ ਪੰਡਿਤ ਨੂੰ ਸਦਾ ਹੀ ਆਦੇਸ਼ ਹੈ, ਸਦਾ ਹੀ ਨਮਸਕਾਰ ਹੈ। ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ ਕਿਆ ਹੁੰਦਾ ਸਾਧ ਸੰਗਤ ਜੀ? ਜੇ ਆਪਾਂ ਮਾਈਥੋਲੋਜੀ ਵੀ ਜਾਈਏ ਤਾਂ ਜਿਹੜਾ ਇੱਕ ਓਂਕਾਰ ਸ਼ਬਦ ਹੈ, ਇਹ ਇਹਨਾਂ ਦਾਨੇ ਸੱਜਣਾਂ ਨੇ ਇਹ ਗੱਲ ਕਹੀ ਹੈ ਵੀ ਇੱਕ ਓਂਕਾਰ ਜਿਹੜਾ ਬੀਜ ਮੰਤਰ ਹੈ। ਮੂਲ ਮੰਤਰ ਆਪਾਂ ਸਭ ਨੂੰ ਪਤਾ ਹੈ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਤਾਂ ਇਹਦੇ ਵਿੱਚੋਂ ਫਿਰ ਅੱਗੇ ਬੀਜ ਮੰਤਰ ਹੈ ਇੱਕ ਓਂਕਾਰ। ਇਹਦੇ ਵਿੱਚ ਵੀ ਅੱਗੇ ਏਕਾ ਇੱਕੋ ਹੀ ਹੈ। ਊੜਾ ਸੰਸਾਰ ਦਾ ਸੂਚਕ ਹੈ, ਉਹ ਇੱਕੋ ਹੀ ਹੈ, ਇੱਕ ਨੇ ਹੀ ਊੜਾ ਬਣਾਇਆ ਹੋਇਆ। ਚੌ ਵਰਨਾ ਮੈਂ ਜਪੈ ਕਉ ਨਾਮ। ਚਾਰਾਂ ਵਰਨਾਂ ਦੇ ਵਿੱਚ ਕੋਈ ਵਿਰਲਾ ਨਾਮ ਜਪਦਾ ਹੈ। ਜੋ ਜੋ ਜਪੈ ਤਿਸ ਕੀ ਗਤ ਹੋਏ। ਜਿਹੜਾ ਜਪਦਾ ਉਹਨੂੰ ਉਹਦੀ ਗਤ ਹੁੰਦੀ ਹੈ। ਪਰ ਹੁਣ ਇਹ ਨਾ ਸਮਝ ਲਿਓ ਵੀ ਅਸੀਂ ਜਪਣ ਲੱਗ ਗਏ ਤਾਂ ਸਾਡੀ ਗਤ ਨਿਸ਼ਚਿਤ ਹੈ ਨਾ। ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਘਾਲ ਨਾ ਮਿਲਿਓ ਸੇਬ ਨਾ ਮਿਲਿਓ, ਮਿਲਿਓ ਆਏ ਚਿੰਤਾ। ਇਹ ਉਹਦੀ ਨਜ਼ਰ ਹੈ ਅੱਗੇ। ਇਹ ਠੀਕ ਹੈ, ਸਾਨੂੰ ਇੱਕ ਕਦਮ ਪੱਟਣਾ ਪੈਣਾ, ਫਿਰ ਉਹ ਕਰੋੜਾਂ ਹੀ ਕਦਮ ਅੱਗੇ ਨੂੰ ਆਉਂਦਾ, ਪਰ ਹੈ ਉਹਦੇ ਉੱਤੇ ਡਿਪੈਂਡ ਕਰਦਾ। ਸਾਧ ਸੰਗ ਪਾਵੇ ਜਨ ਕੋਈ। ਹੁਣ ਸਾਧ ਸੰਗ ਗੱਗੇ ਨੂੰ ਸਿਆਰੀ ਲੱਗੀ ਸਾਧ ਸੰਗਤ ਜਿਓ, ਇਹਦਾ ਮਤਲਬ ਹੈ ਸਾਧੂ ਦੀ ਸੰਗਤ ਦੇ ਰਾਹੀਂ, ਗੁਰੂ ਕੀ ਸੰਗਤ ਦੇ ਰਾਹੀਂ ਕੋਈ ਵਿਰਲਾ ਜਨ ਇਹ ਨਾਮ ਨੂੰ ਪਾਉਂਦਾ, ਜਿਹਦੇ ਨਾਲ ਉਹਦੀ ਗਤ ਹੁੰਦੀ ਹੈ। ਕਿਉਂਕਿ ਜੇ ਸਾਧ ਸੰਗਤ ਦੀ ਗੱਲ ਹੋਵੇ ਵੀ ਸਾਧ ਸੰਗਤ ਕੋਈ ਵਿਰਲਾ ਜਨ ਪਾਉਂਦਾ ਹੈ, ਫਿਰ ਸਿਆਰੀ ਨਹੀਂ ਹੋ ਸਕਦੀ। ਇਹ ਸਿਆਰੀ ਦੱਸ ਰਹੀ ਹੈ ਵੀ ਸਾਧ ਦੀ ਸੰਗਤ ਦੇ ਰਾਹੀਂ
ਇਹ ਫਰਕ ਹੈ ਇਹਨਾਂ ਚੀਜ਼ਾਂ 'ਚ ਵਿਆਕਰਨ ਦੇ ਅਨੁਸਾਰ। ਕਰ ਕਿਰਪਾ ਅੰਤਰ ਉਤਾਰੈ, ਜੇ ਉਹਦੇ ਅੰਦਰ ਨਾਮ ਵਸ ਜਾਵੇ, ਪਰਮਾਤਮਾ ਕਿਰਪਾ ਕਰ ਦੇਵੇ। ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ, ਇਹ ਸਭ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਪ੍ਰੇਤਾਂ ਨੂੰ, ਪੱਥਰਾਂ ਨੂੰ, ਸਭ ਨੂੰ ਤਾਰ ਸਕਦਾ, ਤਾਰਦਾ ਹੈ। ਸਰਬ ਰੋਗ ਕਾ ਔਖਦ ਨਾਮ, ਸਾਰੀ ਸ੍ਰਿਸ਼ਟੀ ਦਾ ਦਵਾਈ ਨਾਮ ਹੈ। ਦਾਰੂਏ ਹਰ ਦਰਦਰਾ ਯਾਦੇ ਖੁਦਾਸ਼ਤ, ਫਾਰਸੀ 'ਚ ਕਹਿੰਦੇ ਸਭ ਰੋਗਾਂ ਦਾ ਦਾਰੂ ਨਾਮ ਹੈ। ਪਰ ਆਪਾਂ ਨੂੰ ਇੱਕ ਭੁਲੇਖਾ ਜਿਹਾ ਪੈ ਜਾਂਦਾ ਵੀ ਸ਼ਾਇਦ ਰੱਬ ਦਾ ਨਾਮ ਇੱਕਣੇ ਦਾਰੂ ਹੈ। ਨਹੀਂ ਸਾਧ ਸੰਗਤ ਜੀ, ਇੱਕਣ ਦਾਰੂ ਨਹੀਂ ਹੈ। ਇਹੀ ਬੁੱਝਣ ਵਾਲੀ ਗੱਲ ਹੈ ਗੁਰਬਾਣੀ ਦੀ। ਸਾਰੀ ਸ੍ਰਿਸ਼ਟੀ ਕੋਲ ਨਾਮ ਹੈ। ਮੁਸਲਮਾਨ ਭਰਾ ਅੱਲਾ ਕਹਿੰਦੇ, ਹਿੰਦੂ ਲੋਕ ਸਾਡੇ ਭਰਾ, ਕੋਈ ਕ੍ਰਿਸ਼ਨ, ਕੋਈ ਰਾਮ, ਕੋਈ ਧਰਨੀਧਰ, ਕੋਈ ਬੀਠਲ, ਕੁਛ ਵੀ ਕਹਿੰਦੇ, ਕਿਉਂਕਿ ਸਭ ਉਸੇ ਦੇ ਨਾਂ ਹੈ। ਅੰਗਰੇਜ਼ ਗੋਡ ਕਹਿੰਦੇ, ਯਹੂਦੀ ਯਹੋਵਾਹ ਕਹਿੰਦੇ, ਆਪਾਂ ਵਾਹਿਗੁਰੂ ਕਹਿੰਦੇ। ਗੱਲ ਇੱਕੋ ਹੀ ਹੈ, ਦੋ ਨਹੀਂ ਹੈ। ਸੂਰਜ ਨੂੰ ਕੋਈ ਸੂਰਜ ਕਹੀ ਜਾਓ, ਆਫਤਾਬ ਕਹੀ ਜਾਓ, ਖੁਰਸ਼ੀਦ ਕਹੀ ਜਾਓ, ਸੰਨ ਕਹੀ ਜਾਓ, ਸੂਰੀਆ ਕਹੀ ਜਾਓ, ਇੱਕੋ ਹੀ ਬਾਤ ਹੈ, ਨਾਮ ਅਲੱਗ ਅਲੱਗ ਹੈ। ਕਲਿਆਣ ਰੂਪ ਮੰਗਲ ਗੁਣਗਾਮ। ਫਿਰ ਹੁਣ ਇਹ ਜਿਹੜਾ ਨਾਮ ਹੈ, ਇਹ ਨਾਮ ਕਿਆ ਚੀਜ਼ ਹੈ ਅਸਲ 'ਚ? ਨਾਮ ਜਿਹੜਾ ਪਰਮਾਤਮਾ ਦਾ ਹੈ ਉਹ ਬਹੁਤ ਪਵਿੱਤਰ ਹੈ। ਉਹ ਪਵਿੱਤਰ ਨਾਮ ਜਦੋਂ ਗੁਰੂ ਕਿਰਪਾ ਕਰਕੇ ਸਾਡੀ ਹਉਮੈ ਤੋੜਦਾ ਹੈ, ਉਹਦੇ ਅੰਦਰ ਤੋਂ ਫਿਰ ਨਾਮ ਫੁੱਟ ਕੇ ਨਿਕਲਦਾ ਹੈ। ਜੇਕਰ ਝਰਨਾ ਫੁੱਟਦਾ ਹੈ ਧਰਤੀ 'ਚੋਂ ਆਪਣੇ ਆਪ ਸਪੌਂਟੇਨੀਅਸਲੀ, ਕੋਸ਼ਿਸ਼ ਨਹੀਂ ਫਿਰ ਕਰਨੀ ਪੈਂਦੀ। ਕੋਸ਼ਿਸ਼ ਨਾਲ ਸਾਡੇ ਅਸੀਂ ਆਪਾਂ ਨੇ ਇੰਜਣ ਬਣਾਏ ਹੋਏ ਆ ਪਾਣੀ ਨੂੰ ਉੱਪਰ ਚੱਕਣ ਖਾਤਰ, ਪੰਪ ਹੈ ਕਈ ਤਰ੍ਹਾਂ ਦੇ, ਟੁੱਲੂ ਪੰਪ ਵਗੈਰਾ। ਪਰ ਜਿਹਦੇ ਅੰਦਰ ਨਾਮ ਪੈਦਾ ਹੋ ਗਿਆ ਉਹ ਸਪੌਂਟੇਨੀਅਸਲੀ ਆਪਣੇ ਆਪ ਹੀ ਚੱਲੂਗਾ। ਰੋਮ ਰੋਮ ਤੇ ਆਉਂਦਾ, ਫਿਰ ਉਹਨੂੰ ਸਵਾਸ ਸਵਾਸ ਤੋਂ ਆਉਂਦਾ, ਸਵਾਸ ਗ੍ਰਾਸ ਵੀ ਤੇ ਆਉਂਦਾ। ਉਹ ਨਾਮ ਕਿਸੇ ਵਿਰਲੇ ਕੋਲ ਹੁੰਦਾ। ਸਾਰੀ ਦੁਨੀਆ ਦੇ ਵਿੱਚ 5-4 ਹੋਣਗੇ ਜਿਨ੍ਹਾਂ ਨੂੰ ਆਪਾਂ ਉਂਗਲੀਆਂ ਤੇ ਗਿਣ ਸਕਦੇ ਹਾਂ। ਹਾਲਾਂਕਿ ਰੱਬ ਦਾ ਨਾਮ ਸਭ ਕੋਲ ਹੈ। ਹੁਣ ਇੱਥੇ ਭੁਲੇਖਾ ਪੈ ਜਾਂਦਾ ਆਪਾਂ ਵੀ ਗੁਰਬਾਣੀ ਕਹਿੰਦੀ ਹੈ, ਫਰਮਾਉਂਦੀ ਹੈ ਵੀ ਸਰਬ ਰੋਗ ਕਾ ਔਖਦ ਨਾਮ। ਬੱਚਾ ਢਿੱਲਾ ਹੋ ਗਿਆ, ਕੋਈ ਡੰਗਰ ਢਿੱਲਾ ਹੋ ਗਿਆ, ਆਪਾਂ ਬੜਾ ਜ਼ੋਰ ਲਾਉਂਦੇ ਫਿਰ ਰੱਬ ਦਾ ਨਾਮ ਲੈਂਦੇ, ਪਾਠ ਵੀ ਕਰਦੇ ਕਰਾਉਂਦੇ, ਪਰ ਉਹ ਉਹਦਾ ਹੁਕਮ ਹੈ, ਜੇ ਉਹਨੇ ਨਹੀਂ ਬਚਣਾ ਤਾਂ ਨਹੀਂ ਬਚਣਾ। ਫਿਰ ਆਪਾਂ ਜਦੇ ਚੱਲ ਪੈਂਦੇ ਵੀ ਚਲੋ ਜੀ ਹੁਣ ਹੋਰ ਪਾਸੇ ਚੱਲੀਏ, ਹੁਣ ਕੋਈ ਨਗ ਪਵਾਈਏ ਜੋਸ਼ੀ ਤੋਂ, ਹੁਣ ਕੋਈ ਝੁੰਡਾਂ 'ਚ ਦੁੱਧ ਪਾਈਏ, ਇਸ ਤਰ੍ਹਾਂ ਦੀਆਂ ਗੱਲਾਂ। ਕਿਉਂਕਿ ਸਾਨੂੰ ਨਾਮ ਦੀ ਉਹ ਸਮਝ ਨਹੀਂ ਅਸਲ 'ਚ ਕਿਹਾ ਹੈ। ਜਿਹੜਾ ਬੰਦਾ ਨਾਮੀ ਹੈ, ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹਦਾ ਇੱਕ ਸ਼ਬਦ ਵੀ ਸੱਚਾ ਹੋ ਜਾਂਦਾ ਬੋਲਿਆ ਹੋਇਆ। ਉਹਦੇ ਖਾਤਰ ਪਰਮਾਤਮਾ ਨੂੰ ਆਉਣਾ ਪੈਂਦਾ, ਦੀਵਾਰ ਗੇਰਨੀ ਪੈਂਦੀ ਹੈ ਸਧਨਾ ਜੀ ਖਾਤਰ। ਕਬੀਰ ਜੀ ਨੂੰ ਗੰਗਾ ਦੀਆਂ ਲਹਿਰਾਂ 'ਚੋਂ ਛਡਾਉਣਾ ਪੈਂਦਾ ਉਹਨੂੰ, ਔਰ ਹਾਥੀ ਦੇ ਪੈਰਾਂ 'ਚੋਂ ਛਡਾਉਣਾ ਪੈਂਦਾ। ਹੀ ਮਸਟ ਕਮ, ਫਿਰ ਉਹਨੂੰ ਆਉਣਾ ਪੈਂਦਾ। ਇਹ ਗੱਲ ਜੁਦੀ ਹੈ ਵੀ ਜਿਹੜੇ ਗੁਰੂ ਸਾਹਿਬ ਹੈ ਜਾਂ ਸਾਹਿਬਾਨ ਹੋਏ ਹੈ ਜਾਂ ਸਿੱਖ ਹੈ, ਇਹ ਉਹਨੂੰ ਇਹ ਨਹੀਂ ਕਹਿੰਦੇ ਵੀ ਤੂੰ ਸਾਨੂੰ ਛਡਾ ਦੇ। ਉੱਥੇ ਟੋਟੈਲਿਟੀ ਆਫ ਸਮਰਪਣ ਹੁੰਦਾ। ਸਮਰਪਣ ਭਗਤਾਂ 'ਚ ਵੀ ਹੁੰਦਾ, ਤਾਂ ਹੀ ਭਗਤ ਹੁੰਦੇ, ਤਾਂ ਹੀ ਉਹਨਾਂ ਦੀ ਵਡਿਆਈ ਹੈ ਗੁਰਬਾਣੀ 'ਚ। ਲੇਕਿਨ ਜਿਹੜਾ ਗੁਰੂ ਹੈ ਜਾਂ ਗੁਰੂ ਦੇ ਸਿੱਖ ਹੈ, ਉਹਨਾਂ ਦੇ ਸਮਰਪਣ ਟੋਟਲ ਹੁੰਦਾ ਬਿਲਕੁਲ। ਵੀ ਜੋ ਤੂੰ ਕਰ ਰਿਹਾ ਠੀਕ ਹੈ, ਸਾਨੂੰ ਤਵੀ ਪਰ ਬਿਠਾ ਰਿਹਾ ਤਾਂ ਅਸੀਂ, ਸਾਨੂੰ ਖੁਸ਼ੀ ਹੈ, ਤੂੰ ਖੁਸ਼ ਚਾਹੀਦਾ, ਸਾਨੂੰ ਕੋਈ ਇਤਰਾਜ਼ ਨਹੀਂ। ਜੇ ਚਾਂਦਨੀ ਚੌਕ ਦਾ ਸਾਕਾ ਵਰਤਾ ਰਹੇ ਹੈ ਤਾਂ ਤੂੰ ਠੀਕ ਹੈ, ਸਾਨੂੰ ਵੀ ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਹੈ ਟੋਟਲ ਸਮਰਪਣ। ਸੋ ਜਿਹਦੇ ਅੰਦਰ ਨਾਮ ਆ ਗਿਆ, ਉਹਦਾ ਇੱਕ ਸ਼ਬਦ ਵੀ ਸੱਚਾ ਹੋ ਜਾਊ। ਕਲਿਆਣ ਰੂਪ ਮੰਗਲ ਗੁਣਗਾਨ। ਫਿਰ ਉਹ ਜਿਹੜਾ ਨਾਮ ਅੰਦਰ ਪ੍ਰਗਟ ਹੁੰਦਾ ਹੈ, ਉਹ ਕਲਿਆਣ ਰੂਪ ਹੈ, ਮੰਗਲਮਈ ਹੈ, ਉਹਦੇ ਹੀ ਗੁਣ ਗਾਉਣੇ ਚਾਹੀਦੇ। ਕਾਹੂ ਜੁਗਤ ਕਿਤੇ ਨਾ ਪਾਈਏ ਧਰਮ। ਕਿਸੇ ਵੀ ਜੁਗਤ ਨਾਲ ਧਰਮ ਦੀ ਪ੍ਰਾਪਤੀ ਨਹੀਂ ਹੁੰਦੀ। ਕਿਸੇ ਵੀ ਧਰਮ ਦੇ ਨਾਲ, ਕਿਸੇ ਵੀ ਜੁਗਤ ਦੇ ਨਾਲ ਇਹ ਚੀਜ਼ ਪ੍ਰਾਪਤ ਨਹੀਂ ਹੁੰਦੀ ਨਾਮ ਵਾਲੀ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਇਹ ਕਿਹਨੂੰ ਮਿਲਦਾ? ਜਿਹਦੇ ਮੱਥੇ ਦੇ ਉੱਤੇ ਧੁਰ ਤੋਂ ਲਿਖਿਆ ਵਾ ਹੁੰਦਾ। ਗੁਰੂ ਅਮਰਦਾਸ ਜੀ ਗੰਗਾ ਦੀ ਯਾਤਰਾ ਕਰਦੇ ਰਹੇ ਸਾਲ 'ਚ 2 ਵਾਰ। ਭਾਈ ਲਹਿਣਾ ਜੀ ਜਿਹੜੇ ਕਿ ਬਾਅਦ 'ਚ ਗੁਰੂ ਅੰਗਦ ਦੇਵ ਜੀ ਬਣੇ, ਜਵਾਲਾ ਜੀ ਜਾਂਦੇ ਰਹੇ। ਹਾਲਾਂਕਿ ਮੱਥੇ ਤੇ ਸੰਸਕਾਰ ਸੀ, ਪਰ ਉਹ ਸਮੇਂ ਨਾਲ ਫੁੱਟਦਾ। ਜਦੋਂ ਫੁੱਟ ਪਿਆ ਤਾਂ ਗੁਰੂ ਚਰਨਾਂ 'ਚ ਆ ਗਏ ਔਰ ਸ੍ਰਿਸ਼ਟੀ ਦੇ ਮਾਲਕ ਬਣ ਗਏ। ਸੋ ਜਿਹਦੇ ਮੱਥੇ ਉੱਤੇ ਲਿਖਿਆ ਵਾ ਹੁੰਦਾ ਕਰਮ ਬਣਨਾ ਉਸੇ ਨੇ ਹੁੰਦਾ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ। ਜਿਹਦੇ ਹਿਰਦੇ 'ਚ ਪਾਰ ਬ੍ਰਹਮ ਦਾ ਨਿਵਾਸ ਹੋ ਗਿਆ। ਇੱਥੇ ਨਿਵਾਸ ਤਾਂ ਸਭ ਦੇ ਅੰਦਰ ਹੈ, ਸਭ ਦੇ ਅੰਦਰ ਹੈ ਪਰਮਾਤਮਾ, ਪਰ ਪ੍ਰਗਟ ਹੋਣ ਦੀ ਗੱਲ ਹੈ। ਨਿਵਾਸ ਤੋਂ ਭਾਵ ਇਹ ਜਿਹਦੇ ਅੰਦਰ ਉਹ ਪ੍ਰਗਟ ਹੋ ਗਿਆ, ਗੁਰੂ ਦੀ ਕਿਰਪਾ ਹੋ ਗਈ। ਤਿਸ ਕਾ ਨਾਮ ਸਤ ਰਾਮਦਾਸ। ਅਸਲ ਵਿੱਚ ਉਹੀ ਸੱਚਾ ਰਾਮਦਾਸੀਆ ਹੈ, ਰਾਮ ਦਾ ਸੇਵਕ ਹੈ। ਰਾਮਦਾਸ ਵੀ ਸਾਧ ਸੰਗਤ ਜੋ ਇੱਕ ਫਿਰਕਾ ਹੁੰਦਾ ਹੈ।
ਉਹਨਾਂ ਦੇ ਆਪਣੇ ਕੁਝ ਨਿਯਮ ਬਣਾਏ ਵੇ ਹੁੰਦੇ, ਉਹ ਵੀ ਜੇ ਅੰਦਰ ਰਾਮ ਨੂੰ ਪ੍ਰਗਟ ਕਰੇ ਤਾਂ ਹੀ ਉਹ ਠੀਕ ਹੈ। ਆਤਮ ਰਾਮ ਤਿਸ ਨਦਰੀ ਆਇਆ, ਇਹ ਜਿਹੜੀ ਗੱਲ ਪ੍ਰਗਟ ਹੋਣ ਦੀ ਗੱਲ ਹੈ ਸਾਧ ਸੰਗਤ ਜੀ, ਇਹ ਸਿੱਖਾਂ ਪਰ ਵੀ ਲਾਗੂ ਹੁੰਦੀ ਹੈ, ਕਿਤੇ ਸਿੱਖ ਬਾਹਰ ਨਹੀਂ ਹੈ। ਜੇ ਸਿੱਖ ਅੰਦਰ ਤੋਂ ਪ੍ਰਗਟ ਨਹੀਂ ਕਰਦਾ, ਉਹਨੂੰ ਇੱਕ ਨਾਲ ਜੁੜਦਾ ਨਹੀਂ, ਡੁਐਲਿਟੀ ਚੋਂ ਨਿਕਲਦਾ ਨਹੀਂ ਹੈ, ਉਹ ਵੀ ਕਬੂਲ ਨਹੀਂ ਹੈ। ਜੋ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ, 10ਵੇਂ ਪਾਤਸ਼ਾਹ ਦਾ ਵਚਨ ਹੈ। ਅੰਦਰ ਤੋਂ ਇੱਕ ਨਾਲ ਜੁੜਨਾ ਚਾਹੀਦਾ ਸਿੱਖ ਨੂੰ। ਇਹ ਨਹੀਂ ਹੈ ਵੀ ਕਿਧਰੇ ਇੱਧਰ ਉੱਧਰ ਫਿਰਦਾ ਹੋਵੇ ਡੁਐਲਿਟੀ 'ਚ, ਭਾਵੇਂ ਬਾਣਾ ਵੀ ਹੋਵੇ, ਅੰਦਰੋਂ ਬਾਹਰੋਂ ਰਹਿਤ ਇੱਕ ਹੋਣੀ ਚਾਹੀਦੀ ਹੈ। ਅੱਗੇ ਚੱਲ ਕੇ ਮਹਾਰਾਜ ਜ਼ਿਕਰ ਕਰਦੇ ਆ, ਆਤਮ ਰਾਮ ਤਿਸ ਨਦਰੀ ਆਇਆ, ਉਹਨੂੰ ਆਤਮ ਰਾਮ ਨਜ਼ਰ ਆਉਂਦਾ ਹੈ। ਕਿਹਨੂੰ? ਦਾਸ ਦਸੰਤਨ ਪਾਏ ਤਿਨ ਪਾਏ, ਜਿਨ੍ਹਾਂ ਨੇ ਦਾਸਾਂ ਦੇ ਵੀ ਦਾਸ ਬਣ ਗਏ, ਜਿਹੜੇ ਪਰਮਾਤਮਾ ਦੇ ਦਾਸਾਂ ਦੇ ਵੀ ਦਾਸ ਬਣ ਗਏ, ਉਹ ਭਾਵ ਅੰਦਰ ਆ ਗਿਆ, ਉਹਨਾਂ ਨੇ ਪਰਮਾਤਮਾ ਨੂੰ ਪਾਉਣਾ ਹੁੰਦਾ, ਦੂਜਿਆਂ ਨੂੰ ਨਹੀਂ ਮਿਲਦਾ। ਹਉਮੈ ਹੰਕਾਰ ਤਾਂ ਇਹ ਮਿਲਦਾ ਹੀ ਨਹੀਂ ਕਦੇ, ਨਾ ਕਿਸੇ ਕਿਰਿਆ ਕਰਮ ਵਿਸ਼ੇਸ਼ ਨਾਲ ਮਿਲਦਾ। ਸਦਾ ਨਿਕਟ ਹਰ ਜਾਨ, ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ ਸੰਗ ਸਮਝੋ, ਨੇੜੇ ਸਮਝੋ। ਸੋ ਦਾਸ ਦਰਗਾਹ ਪ੍ਰਵਾਨ, ਐਸਾ ਸੇਵਕ ਦਰਗਾਹ 'ਚ ਪ੍ਰਵਾਨ ਹੁੰਦਾ ਜਿਹੜਾ ਉਹਨੂੰ ਅੰਗ ਸੰਗ ਸਮਝਦਾ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਭਿਖਰੀ, ਦੂਰ ਨਾ ਸਮਝੋ ਉਹਨੂੰ, ਅੰਦਰ ਬੈਠਾ। ਕਹੋ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ। अपने दास को कृपा करे, तिस दास को सब सोझी परे, सगल संग आत्म उदास, ऐसी जुगत नानक रामदास। ਇਹ ਰਾਮਦਾਸ ਫਿਰਕਾ ਇੱਕ ਉਹਨਾਂ ਨੂੰ ਸਮਝਾਈ ਹੋਈ ਬਾਤ ਹੈ, ਜਿਵੇਂ ਭਗਉਤੀਆਂ ਨੂੰ ਹੈ, ਪਹਿਲਾਂ ਉੱਪਰ ਵੈਸ਼ਨੋਆਂ ਨੂੰ ਹੈ। ਸਾਰਿਆਂ ਦੇ ਸੰਗ ਰਹਿ ਕੇ ਆਪਣੇ ਆਪ ਨੂੰ ਨਾ ਤੇ ਉਦਾਸ ਰੱਖਣਾ, ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖੜਾ ਹੁੰਦਾ ਪਾਣੀ 'ਚ, ਸਾਰੇ ਸ਼ਹਿਰ ਦੀ ਗੰਦਗੀ 'ਚ, ਲੇਕਿਨ ਆਪਣੇ ਆਪ ਨੂੰ ਲਵੇੜਦਾ ਨਹੀਂ ਹੈ, ਨਿਰਮਲ ਰਹਿੰਦਾ। ਉਹਦੇ ਨਾਲ ਪਰਮਾਤਮਾ ਦੇ ਔਰ ਗੁਰੂ ਦੇ ਚਰਨਾਂ ਨੂੰ ਵੀ ਤਸਵੀਰ ਦਿੱਤੀ ਜਾਂਦੀ ਹੈ, ਚਰਨ ਕਮਲ ਤਾਂ ਹੀ ਕਹਿੰਦੇ। ਸੋ ਰਹਿੰਦਾ ਸਭ ਦੇ ਸੰਗ ਹੈ, ਛੱਡ ਕੇ ਨਹੀਂ ਜਾਂਦਾ ਸੰਸਾਰ ਨੂੰ, ਲੇਕਿਨ ਅੰਦਰ ਤੇ ਤੌਰ ਤੇ ਉਹ ਅਲੂਫ, ਜੁਦਾ ਰਹਿੰਦਾ, ਅਲੱਗ ਰਹਿੰਦਾ। ਪ੍ਰਭ ਕੀ ਆਗਿਆ ਆਤਮ ਹਿਤਾਵੇ, ਪ੍ਰਭੂ ਦੇ ਹੁਕਮ ਨੂੰ ਅੰਦਰ ਤੋਂ ਮੰਨੇ। ਜੀਵਨ ਮੁਕਤ ਸਊ ਕਹਾਵੇ, ਉਹੀ ਜੀਵਨ ਮੁਕਤ ਹੈ ਜਿਹੜਾ ਉਹਦੀ ਆਗਿਆ 'ਚ ਆ ਗਿਆ। ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਏ ਸੋਈ, ਕਬੀਰ ਜੀ ਫਰਮਾਉਂਦੇ, ਜਿਹੜਾ ਉਹਦੇ ਹੁਕਮ ਵਿੱਚ ਆ ਗਿਆ ਬੰਦਾ ਉਹੀ ਹੈ, ਦੂਜੇ ਬੰਦਿਆਂ 'ਚ ਵੀ ਸ਼ਾਮਿਲ ਨਹੀਂ ਹੈ। ਇਹ ਗੁਰਬਾਣੀ ਦਾ ਫਰਮਾਨ ਦੇਖੋ, ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਏ ਸੋਈ, ਉਹੀ ਪਰਮਾਤਮਾ ਦਾ ਬੰਦਾ ਹੈ, ਦੂਜਾ ਨਹੀਂ। ਹਾਲਾਂਕਿ ਬਣਾਏ ਵੇ ਉਹਦੇ ਸਾਰੇ ਹੀ ਹੈ, ਹੁਕਮ ਸਾਰਿਆਂ ਪਰ ਹੈ, ਪਰ ਉਹ ਮਰਜ਼ੀ ਆਪਣੀ ਕਰਦੇ ਹੈ, ਭਾਣਾ ਆਪਣਾ ਵਰਤਾਉਂਦੇ ਬਾਕੀ ਦੇ ਲੋਕ। ਜਿਹੜਾ ਹੁੰਦਾ ਸੰਤ ਜਾਂ ਗੁਰਸਿੱਖ ਪੂਰਾ, ਉਹ ਭਾਣੇ ਰੱਬ ਦੇ ਵਿੱਚ ਔਰ ਗੁਰੂ ਦੇ ਵਿੱਚ ਆ ਜਾਂਦਾ। ਸਗਲ ਸੰਗ ਆਤਮ, ਇਹ ਤਾਂ ਹੋ ਲਿਆ। ਤੈਸਾ ਹਰਖ ਤੈਸਾ ਉਸ ਸੋਗ, ਹਰਖ ਖੁਸ਼ੀ ਨੂੰ ਕਹਿੰਦੇ ਆ। ਵੈਸੇ ਆਪਾਂ ਅੱਜ ਕੱਲ੍ਹ ਹਰਖ ਵਰਤਦੇ ਹਾਂ ਗਮੀ ਖਾਤਰ, ਵੀ ਉਹ ਮੇਰੇ ਨਾਲ ਹਰਖ ਗਿਆ, ਉਹਨੇ ਮੇਰੇ ਨਾਲ ਗੁੱਸਾ ਕਰ ਲਿਆ, ਇਸ ਤਰ੍ਹਾਂ। ਇਹ ਪਹਿਲਾਂ ਜਿਹੜੀ ਪੰਜਾਬੀ ਆ ਉਹਦੇ 'ਚ ਹਰਖ ਖੁਸ਼ੀ ਨੂੰ ਕਹਿੰਦੇ ਆ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਹਮੇਸ਼ਾ ਹੀ ਆਨੰਦ 'ਚ ਰਹਿੰਦਾ ਫਿਰ ਉਹ, ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਕਦੇ ਵਿਛੋੜਾ ਨਹੀਂ ਪੈਂਦਾ। ਤੈਸਾ ਸਵਰਨ ਤੈਸੀ ਉਸ ਮਾਟੀ, ਜਿਹਾ ਜਿਹਾ ਸੋਨਾ ਉਹੀ ਜੀ ਮਿੱਟੀ ਉਹਦੇ ਵਾਸਤੇ। ਤੈਸਾ ਅੰਮ੍ਰਿਤ ਤੈਸੀ ਬਿਖ ਖੱਟੀ, ਖੱਟੀ ਵਿਸ਼ ਹੈ ਜਿਹੜੀ ਉਹ ਵੀ ਅੰਮ੍ਰਿਤ ਵਰਗੀ ਲੱਗਦੀ ਹੈ, ਬਰਾਬਰ ਸਮਝ ਲੈਂਦਾ ਹੈ। ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣਾ, ਪਾਪ ਪੁੰਨ 'ਚੋਂ ਬਾਹਰ ਨਿਕਲ ਜਾਂਦਾ ਉਹਨੂੰ, ਬਸ ਸਾਰਾ ਕੁਝ ਤੂੰ ਹੀ ਨਜ਼ਰ ਆਉਂਦਾ, ਕਿਉਂਕਿ ਪਾਪ ਪੁੰਨ ਹਉਮੈ ਦੀ ਪੈਦਾਵਾਰ ਹੈ, ਡੁਅਲਿਟੀ ਵਿੱਚ ਹੈ, ਇਸ ਕਰਕੇ ਇਹਨਾਂ ਤੋਂ ਉੱਪਰ ਨਿਕਲ ਜਾਂਦਾ। ਤੈਸਾ ਮਾਨ ਤੈਸਾ ਅਭਿਮਾਨ, ਜਿਹਾ ਜਿਹਾ ਉਹਨੂੰ ਮਾਣ ਇੱਜ਼ਤ ਹੈ, ਉਹੋ ਜਿਹਾ ਉਹਨੂੰ ਅਪਮਾਨ ਹੁੰਦਾ, ਮਤਲਬ ਬੇਇੱਜ਼ਤੀ ਵੀ ਉਹਨੂੰ ਬਰਾਬਰ ਹੁੰਦੀ ਹੈ। ਜਿਹਾ ਜਿਹਾ ਸ਼ੋਭਾ ਜਿਹੀ ਜੀ ਬੇਇੱਜ਼ਤੀ। ਤੈਸਾ ਰੰਕ ਤੈਸਾ ਰਾਜਾ, ਜਿਹੋ ਜਿਹਾ ਗਰੀਬ ਉਹੋ ਜਿਹਾ ਹੀ ਰਾਜਾ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ। ਜਿਹੜਾ ਅਜਿਹੀ ਜੁਗਤ ਨੂੰ ਫੋਲੋ ਕਰਦਾ ਹੈ, ਜਿਹਦੇ ਵਿੱਚ ਸਭ ਬਰਾਬਰ ਹੈ, ਸੋਨਾ ਮਿੱਟੀ, ਮਾਨ ਅਪਮਾਨ, ਅੰਮ੍ਰਿਤ ਵਿਸ਼, ਉਹ ਫਿਰ ਜਿਹੜਾ ਇਹ ਜੁਗਤ ਵਰਤਾਉਂਦਾ ਹੈ, ਉਹ ਕਹੀਏ ਨਾਨਕੋ ਪੁਰਖ ਕਹੀਏ ਜੀਵਨ ਮੁਕਤ, ਉਹ ਜੀਵਨ ਮੁਕਤ ਹੈ। ਕੌਣ? ਜੀਵਨ ਮੁਕਤ ਸੋ ਆਖੀਆ ਜਿਸ ਵਿੱਚੋਂ ਹਉਮੈ ਜਾਏ, ਉਹ ਹਉਮੈ ਮਿਟੇ ਤਾਂ ਹੋਣਾ ਇਹ ਸਾਰਾ ਕੁਝ, ਉਸ ਤੋਂ ਬਿਨਾਂ ਕੁਝ ਨਹੀਂ ਹੁੰਦਾ। ਪਾਰ ਬ੍ਰਹਮ ਕੇ ਸਗਲੇ ਠਾਉ, ਸਭ ਜਗ੍ਹਾ ਪਾਰ ਬ੍ਰਹਮ ਵਿਰਾਜਮਾਨ ਹੈ। ਜਿਤ ਜਿਤ ਘਰ ਰੱਖੈ ਤੈਸਾ ਤਿੰਨ ਨਾਉ, ਸਭ ਜਗ੍ਹਾ ਪਰਮਾਤਮਾ ਹੀ ਹੈ।
ਜਿਸ ਜਿਸ ਘਰ ਵਿੱਚ ਵੀ ਜਿਵੇਂ ਵੀ ਕਿਸੇ ਨੇ ਮੰਨ ਲਿਆ ਉਹੋ ਜਿਹਾ ਹੀ ਉਹਦਾ ਨਾਂ ਪੈ ਗਿਆ। ਜੇ ਉਹਨੇ ਪਰਬਤ ਚੱਕ ਲਿਆ ਤਾਂ ਗੋਵਰਧਨ ਧਾਰੀ ਬਣ ਗਿਆ ਉਹਦਾ ਨਾਂ। ਕੀਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੁਰਬਲਾ। ਸਭ ਜਿੰਨੇ ਵੀ ਕੀਰਤਮ ਨਾਮ ਹੈ, ਜਿਹੋ ਜਿਹਾ ਕਿਸੇ ਨੂੰ ਪਾਇਆ ਉਹਨਾਂ ਨੇ ਉਹੋ ਜਿਹਾ ਰੱਖ ਲਿਆ ਉਹਦਾ ਨਾਮ। ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫੁਨ ਹੋ। ਸਭ ਕੁਛ ਉਹ ਆਪ ਕਰਦਾ, ਉਹ ਕਰਨ ਯੋਗ ਹੈ, ਔਰ ਜਿਹਨੂੰ ਉਹ ਭਾਉਂਦਾ ਹੈ ਉਹੀ ਕੁਛ ਹੁੰਦਾ ਜਿਸ ਤਰ੍ਹਾਂ ਉਹ ਭਾਉਂਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਜਿਵੇਂ ਸਮੁੰਦਰ ਤੋਂ ਤਰੰਗਾਂ ਉੱਠਦੀਆਂ ਫਿਰ ਵਿੱਚੇ ਸਮਾ ਜਾਂਦੀਆਂ, ਇਸ ਤਰ੍ਹਾਂ ਹੀ ਜੀਵ ਆਉਂਦੇ ਆ ਜਾਂਦੇ ਆ, ਫਿਰ ਅੰਤ ਨੂੰ ਫਿਰ ਉਹਦੇ ਵਿੱਚ ਸਮਾ ਜਾਂਦੇ ਆ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਪਾਰ ਬ੍ਰਹਮ ਦੇ ਰੰਗਾਂ ਨੂੰ ਕੋਈ ਲੱਖ ਨਹੀਂ ਸਕਦਾ। ਜੈਸੀ ਮਤ ਦੇ ਤੈਸਾ ਪ੍ਰਗਾਸ, ਜਿਹੋ ਜਿਹੀ ਉਹ ਮਤ ਦਿੰਦਾ ਕਿਸੇ ਨੂੰ ਇਹੋ ਜਿਹਾ ਉਹਦੇ ਅੰਦਰ ਚਾਨਣਾ ਹੁੰਦਾ, ਪ੍ਰਕਾਸ਼ ਹੁੰਦਾ। ਪਾਰ ਬ੍ਰਹਮ ਕਰਤਾ ਅਵਿਨਾਸ਼, ਉਹ ਆਪ ਅਵਿਨਾਸ਼ੀ ਹੈ। ਜਿਹੀ ਜੀ ਸਾਨੂੰ ਮਤ ਦਿੰਦਾ ਉਹੀ ਜੀ ਸਾਡੀ ਮਤ ਬਣ ਜਾਂਦੀ ਹੈ। ਸਦਾ 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 ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਉਹ ਹਮੇਸ਼ਾ ਹੀ ਸਦਾ ਹੀ ਦਿਆਲੂ ਹੈ, ਕਿਰਪਾਲੂ ਹੈ। ਇਹ ਸਾਡੀ ਮੱਤ ਹੈ ਵੀ ਅਸੀਂ ਉਹਨੂੰ ਕਈ ਵਾਰ ਗੁੱਸਾ ਕਰਦੇ ਹਾਂ ਵੀ ਤੇ ਸਾਡੇ ਨਾਲ ਇਸ ਤਰ੍ਹਾਂ ਕਿਉਂ ਕਰਿਆ ਜਾਂ ਇਸ ਤਰ੍ਹਾਂ ਕਿਉਂ ਨਹੀਂ ਕਰਿਆ। ਉਹ ਹਉਮੈ 'ਚੋਂ ਪੈਦਾ ਹੁੰਦੀ ਸਾਰੀ ਬਾਤ। ਅਸੀਂ ਚਾਹੁੰਦੇ ਹਾਂ ਵੀ ਗੁਰੂ ਜਾਂ ਪਰਮਾਤਮਾ ਸਾਡੀ ਪਰਿਕਰਮਾ ਕਰੇ। ਅਸਲ 'ਚ ਗੱਲ ਉਲਟ ਹੋਣੀ ਚਾਹੀਦੀ ਹੈ, ਅਸੀਂ ਉਹਦੀ ਪਰਿਕਰਮਾ ਕਰੀਏ ਵੀ ਜੋ ਤੂੰ ਕਰ ਰਿਹਾ ਉਹ ਠੀਕ ਹੋ ਰਿਹਾ। ਹਾਂ, ਕੋਈ ਖਾਸ ਬਾਤ ਹੈ ਆਪਾਂ ਮੰਗ ਸਕਦੇ ਹਾਂ, ਆਪਣਾ ਪਿਤਾ ਹੈ। ਗੁਰਬਾਣੀ 'ਚ ਵੀ ਮੰਗੀਆਂ ਗਈਆਂ, ਘੋੜੀ ਵੀ ਮੰਗੀ ਗਈ ਹੈ, ਚੰਗੀ ਸੁੰਦਰ ਗੁਣਾਂ ਵਾਲੀ ਔਰਤ ਵੀ ਮੰਗੀ ਗਈ ਹੈ, ਸਰਾਣਾ ਅਵਰਤ ਲਾਈ ਵੀ ਮੰਗੀ ਹੋਈ ਹੈ, ਔਰ ਵਧੀਆ ਅਨਾਜ ਸੱਤ ਵਾਹੀਆਂ ਵਾਲਾ ਅਨਾਜ ਵੀ ਮੰਗਿਆ ਹੋਇਆ। ਅਨਾਜ ਮੰਗੋ ਸੱਤ ਸੀਕਾ, ਤੋ ਲਵੇਰੀ ਵੀ ਮੰਗੀ ਗਈ ਹੈ। ਉਹ ਹੋਰ ਗੱਲ ਹੈ। ਜੇ ਕਿਤੇ ਲੋੜ ਹੋਵੇ ਤਾਂ ਮੰਗ ਸਕਦੇ ਹਾਂ ਆਪਾਂ, ਪਰ ਇਹ ਨਹੀਂ ਵੀ ਹਰ ਵਕਤ ਮੰਗਦੇ ਹੀ ਰਹੀਏ, ਉਹਨੂੰ ਆਦੇਸ਼ ਕਰੀਏ ਵੀ ਸਾਨੂੰ ਆਹ ਵੀ ਦੇ ਦੇ ਉਹ ਵੀ ਦੇ ਦੇ। ਇੱਕਣ ਹੁੰਦਾ ਨਹੀਂ ਹੈ। ਲੋੜਾਂ ਉਹ ਪੂਰੀਆਂ ਕਰ ਦਿੰਦਾ, ਲਗਜ਼ਰੀ ਕਿਸੇ ਦੀ ਪੂਰੀ ਨਹੀਂ ਕਰਦਾ। ਕੋਈ ਕਹੇ ਮੈਨੂੰ ਆ ਬਿਰਲਾ ਸੇਠ ਬਣਾ ਦੇ, ਕਾਹਤੇ ਬਣਾ ਦੇ ਬਈ, ਕਿਉਂ, ਯੋਗਤਾ ਕਿਆ ਹੈ? ਉਹਦੀ ਮਰਜ਼ੀ ਹੈ, ਜੇ ਚਾਹੇ ਤਾਂ ਉਹ ਬਣਾ ਸਕਦਾ। ਸੋ ਆਪਾਂ ਉਹਨੂੰ ਆਪਣੇ ਤਰ੍ਹਾਂ ਚਲਾਉਣਾ ਚਾਹੁੰਦੇ ਹਾਂ। ਹਾਲਾਂਕਿ ਉਹ ਸਦਾ ਹੀ ਦਿਆਲ ਹੈ, ਸਦਾ ਹੀ ਕਿਰਪਾਲੂ ਹੈ। ਸਿਮਰ ਸਿਮਰ ਨਾਨਕ ਭਏ ਨਿਹਾਲ, ਉਹਨੂੰ ਸਿਮਰ ਕੇ ਗੁਰੂ ਪਾਤਸ਼ਾਹ ਫਰਮਾਉਂਦੇ ਆ ਵੀ ਨਿਹਾਲ ਹੋ ਜਾਈਦਾ, ਔਰ ਅਸੀਂ ਵੀ ਨਿਹਾਲ ਹੋ ਗਏ। ਆਏ ਫਰਮਾਉਂਦੇ ਭਏ ਨਿਹਾਲ, ਨਿਹਾਲ ਹੋ ਚੁੱਕੇ ਹਾਂ। ਉਹਦੀ ਜਿਹੜੀ ਸਿਮਰਨ ਹੈ, ਉਹਦਾ ਜਿਹੜਾ ਸਿਮਰਨ ਹੈ, ਉਹਦੀ ਜਿਹੜੀ ਬਰਕਤ ਹੈ ਸਿਮਰਨ ਦੀ, ਉਹਦਾ ਕੋਈ ਲੇਖਾ ਨਹੀਂ ਹੈ। ਇਹ ਸੁਖਮਨੀ ਸਾਹਿਬ ਦੇ ਸ਼ੁਰੂ ਵਿੱਚ ਜਿਹੜੀ ਸਿਮਰਨ ਦੀ ਬਾਤ ਹੈ ਉਹ ਬਾ ਕਮਾਲ ਹੈ ਗੁਰੂ ਸਾਹਿਬ। ਸਭ ਕੁਛ ਸਿਮਰਨ ਹੈ, ਸਭ ਕੁਛ ਨਾਮ ਹੈ, ਉਸ ਤੋਂ ਬਾਹਰ ਕੁਛ ਵੀ ਨਹੀਂ ਹੈ, ਜੇ ਬੰਦੇ ਨੂੰ ਸਮਝ ਆ ਜੇ ਤਾਂ। ਬਾਕੀ ਸਮਝ ਆਉਣੀ ਨਾ ਆਉਣੀ, ਜੈਸੀ ਮੱਤ ਦੇ ਤੈਸਾ ਪ੍ਰਕਾਸ਼। ਜਿਹੀ ਜੀ ਸਾਨੂੰ ਉਹਨੇ ਮੱਤ ਦਿੱਤੀ ਹੈ, ਜੇ ਡੁਐਲਿਟੀ 'ਚ ਜੋੜਨਾ ਤਾਂ ਉੱਧਰ ਲੱਗੇ ਹੋਏ ਹੈ, ਜੇ ਏਕੇ ਨਾਲ ਜੋੜਨਾ ਕਿਸੇ ਬਿਰਲੇ ਨੂੰ ਤਾਂ ਉਹ ਉੱਧਰ ਲੱਗਿਆ ਹੋਇਆ ਹੈ। ਬਾਕੀ ਸੰਸਾਰ ਜਾਣਦਾ ਏਕੇ ਨੂੰ ਵੀ ਹੈ, ਲੇਕਿਨ ਕਦੀ ਡੁਐਲਿਟੀ ਜਾਂਦਾ। ਗੁਰਸਿੱਖ ਫੋਲੋ ਕਰਦੇ ਆ 10ਵੇਂ ਪਾਤਸ਼ਾਹ ਨੂੰ, ਜਿਹੜੇ ਕਿ ਇਹ ਸਿਖਾਉਂਦੇ ਆ ਵੀ ਇੱਕ ਨੂੰ ਛੱਡ ਕੇ ਦੂਜੇ ਕੋਲ ਗੱਲੇ ਨਹੀਂ ਕਰਨੀ, ਦੂਜੇ ਦੀ ਜਾਣਾ ਹੀ ਨਹੀਂ ਕਿਧਰੇ ਵੀ। ਸਾਰੇ ਫਿਰਕਿਆਂ ਨੂੰ ਦੇਖ ਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਬਈ ਕੂਰ ਕਿਰਿਆ ਉਰਜੋ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਔਰ ਇੱਕ ਪਰਮਾਤਮਾ ਪਰ ਖੜੇ ਹੀ ਨਹੀਂ ਕੋਈ ਹੈ, ਸਭ ਨੇ ਆਪਣਾ ਆਪਣਾ ਰਾਗ ਲਾਪਿਆ ਹੋਇਆ। ਜਿਹੜਾ ਪਰਮਾਤਮਾ ਪਰ ਖੜ ਗਿਆ ਉਹ ਪੰਡਿਤ ਵੀ ਪੂਜਣਯੋਗ ਹੈ, ਜਿਹੜਾ ਪਰਮਾਤਮਾ ਪਰ ਖੜ ਗਿਆ ਉਹ ਰਾਮਦਾਸ ਫਿਰਕੇ ਵਾਲਾ ਵੀ ਪਵਿੱਤਰ ਹੈ, ਜਿਹੜਾ ਰੱਬ ਪਰ ਖੜ ਗਿਆ ਉਹ ਵੈਸ਼ਨੂ ਵੀ ਪਵਿੱਤਰ ਹੈ, ਤੇ ਜਿਹੜਾ ਰੱਬ ਪਰ ਖੜ ਗਿਆ ਉਹ ਭਗਉਤੀ ਵੀ ਪਵਿੱਤਰ ਹੈ। ਇਹ ਹੈ ਗੁਰੂ ਸਾਹਿਬ ਦਾ ਮੱਤ। ਜੇ ਸਮਝ ਆ ਜਾਏ ਤਾਂ ਠੀਕ ਹੈ, ਨਹੀਂ ਤਾਂ ਨਹੀਂ ਆਉਂਦੀ। ਫਿਰ ਕਰੀਏ ਵੀ ਕਿਆ ਆਪਾਂ, ਕਿਉਂਕਿ ਲਾਏ ਹੋਏ ਤਾਂ ਉਹਨੇ ਹੀ ਜਿੱਕਣ ਜਿੱਕਣ ਲਾਏ ਹੋਏ ਆ। ਉਹਨੇ ਨਾਲ ਗੁਰ ਵੀ ਸਮਝਾਤਾ ਵੀ ਸੰਗਤ ਵਿੱਚ ਜਾਓ, ਉੱਥੇ ਕਲਿਆਣ ਹੋ ਸਕਦਾ, ਉੱਥੇ ਆਪਣੀ ਸੋਚ ਬਦਲ ਸਕਦੀ ਹੈ। ਜਿਹੜੀ ਗਲਤ ਸੋਚ ਲਈ ਫਿਰੇ ਅੰਦਰ, ਬਹੁਤ ਜ਼ਿਆਦਾ ਮੈਲ ਹੈ ਸਾਧ ਸੰਗਤ 'ਚ। ਭਾਵੇਂ ਅਸੀਂ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਾਂ, ਪਰ ਨਹੀਂ, ਇੰਨੀ ਮੈਲ ਹੈ ਜਿੰਨਾ ਸਮੁੰਦਰ ਦਾ ਪਾਣੀ। ਔਰ ਜਿਹੜੇ ਸਾਫ਼ ਹੋ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਫਿਰ ਵੀ ਸਾਡੇ ਅੰਦਰ ਇੰਨੀ ਮੈਲ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਇੰਨੇ ਔਗੁਣ ਸਾਡੇ 'ਚ। ਜਿਨ੍ਹਾਂ ਦੇ ਅੰਦਰ ਮੈਲੇ ਭਰੀ ਹੋਈ ਹੈ ਉਹ ਕਹਿੰਦੇ ਅਸੀਂ ਪਵਿੱਤਰ ਹੈ। ਦੇਖੋ ਕਿੰਨਾ ਉਲਟ ਕੰਮ ਹੈ। ਸੰਸਾਰ ਤੋਂ ਜਿਹੜੀ ਡਿਵਿਨਿਟੀ ਹੈ ਉਹ ਬਿਲਕੁਲ ਉਲਟ ਹੈ। ਅਲ ਗਿਲਾਸ ਤੇ ਦਿਲ ਖੁਦਾ ਚੋਂ ਸਾਫ਼ ਕਰ, ਅਲ ਗਿਲਾਸ ਤੇ ਦਿਲ ਖੁਦਾ ਚੋਂ ਸਾਫ਼ ਕਰ।
ਮੁਰਸ਼ਿਦੇ ਕਾਮਲ ਬਾ ਈ ਅਲਤਾਫ ਕਰਦਾ। ਜਦੋਂ ਇਹ ਜਿਹੜੀ ਮੈਲ ਗਿਲਾਜ਼ਤ ਹੈ, ਭਰਿਆ ਪਿਆ ਮਨ ਅੰਦਰ, ਜਦ ਖੁਦਾ ਇਹਨੂੰ ਸਾਫ਼ ਕਰਦਾ ਹੈ ਸਾਡੀ ਨੂੰ, ਤਾਂ ਕਿਸੇ ਮਹਾਂਪੁਰਸ਼ ਦਾ ਮਿਲਾਪ ਕਰਾ ਦਿੰਦਾ। ਮੁਰਸ਼ਿਦੇ ਕਾਮਲ ਗੁਰੂ ਸਾਹਿਬ ਵਾਸਤੇ ਆਉਂਦਾ ਜਾਂ ਭਗਤ ਖਾਤਰ ਆਉਂਦਾ, ਜਿਹੜੇ ਚੌਥੇ ਪਰਮ ਪਦ ਦੇ ਵਾਸੀ ਹੁੰਦੇ, ਫਿਰ ਉਹ ਸਾਡੇ ਤੇ ਕਿਰਪਾ ਕਰਦਾ, ਅਲਤਾਫ ਕਰਦਾ। ਤੋ ਸਾਧ ਸੰਗਤ ਜੀਓ, ਦਿਓ ਆਗਿਆ, ਕੋਈ ਨਾ ਕੋਈ ਅਪਸ਼ਬਦ ਜ਼ਰੂਰ ਤ੍ਰੈਗੁਣੀ ਬੁੱਧੀ 'ਚੋਂ ਨਿਕਲ ਜਾਂਦਾ। ਜਿੰਨੀ ਕੁ ਮੱਤ ਦਿੱਤੀ ਹੈ ਉਹਨੇ ਉਨਾ ਹੀ ਪ੍ਰਕਾਸ਼ ਹੈ, ਉਨਾ ਹੀ ਚਾਨਣਾ ਕਰਦੇ ਹਾਂ ਆਪਾਂ। ਇਸ ਤੋਂ ਵੱਧ ਕਰ ਵੀ ਨਹੀਂ ਸਕਦੇ, ਕਿਉਂਕਿ ਲਿਮਟ ਹੈ ਬੰਦੇ ਦੀ, ਉਹ ਲਿਮਟਲੈਸ ਹੈ। ਗੁਰੂਵਰ ਪਰਮਾਤਮਾ ਲਿਮਟਲੈਸ ਹੈ, ਅਸੀਂ ਲਿਮਟ ਵਿੱਚ ਹੈ, ਸਾਡੀ ਬੁੱਧੀ ਵੀ ਲਿਮਟ ਵਿੱਚ ਹੈ, ਅਸੀਂ ਕਰ ਵੀ ਕਿਆ ਸਕਦੇ ਹਾਂ ਹੋਰ। ਤੋਂ ਮਾਫੀ ਹੀ ਮੰਗੀ ਜਾ ਸਕਦੀ ਹੈ। ਸਤਿਕਾਰਯੋਗ ਧੰਨਤਾ ਦੇ ਯੋਗ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ, ਅੱਜ ਦੀ ਵਿਚਾਰ ਦੇ ਨਾਲ ਥੋੜ੍ਹੀ ਜਿਹੀ ਹੋਰ ਐਡੀਸ਼ਨਲ ਵਿਚਾਰ, ਵੈਸੇ ਤਾਂ ਗਾਹੇ ਬਗਾਹੇ ਹੁੰਦੀ ਰਹਿੰਦੀ ਹੈ, ਪਰ ਕਿਉਂਕਿ ਨੈੱਟ ਪਰ ਜਾਣੀ ਹੈ, ਇਸ ਕਰਕੇ ਨਾਲ ਲੱਗਦੀ ਭਾਈ ਰਣਜੀਤ ਸਿੰਘ ਜੀ ਨੂੰ ਵੀ ਬੇਨਤੀ ਹੈ ਵੀ ਉਹ ਇਹਨੂੰ ਨਾਲ ਸ਼ਾਮਲ ਕਰ ਦੇਣ। ਦਰਿਆ ਦੀ ਮੌਜ, ਲਹਿਰ ਔਰ ਦਰਿਆ, ਜਾਂ ਸਮੁੰਦਰ ਦੀ ਇੱਕ ਮੌਜ, ਇੱਕ ਲਹਿਰ ਜਾਂ ਸਮੁੰਦਰ, ਇਹ ਦੋਨੋਂ ਇੱਕ ਵੀ ਹੈ ਅਤੇ ਦੋ ਵੀ ਹੈ। ਇਹਨੂੰ ਥੋੜ੍ਹਾ ਜਿਹਾ ਖੋਲ੍ਹਿਆ ਹੋਰ ਭਾਈ ਨੰਦ ਲਾਲ ਜੀ, ਸ਼੍ਰੋਮਣੀ ਕਵੀ, ਦਸ਼ਮੇਸ਼ ਜੀ ਦੇ ਦਰਬਾਰ ਦੇ ਭਿੱਜੇ ਹੋਏ ਸਰਸ਼ਾਰ ਨਾਮ ਦੇ ਨਾਲ ਦਸ਼ਮੇਸ਼ ਜੀ ਨੂੰ ਸਮਰਪਿਤ, ਟੋਟਲੀ ਸਮਰਪਿਤ ਫਰਮਾਉਂਦੇ ਹੈ। ਮੌਜੋ ਦਰਿਆ, ਮੌਜੋ ਦਰਿਆ ਗਰਚੇ ਦਰ ਹਕੀਕਤ ਯਕੇਸਤ, ਮੌਜੋ ਦਰਿਆ ਗਰਚੇ ਦਰ ਹਕੀਕਤ ਯਕੇਸਤ, ਫਰਕ ਅੰਦਰ ਲੇਕ ਅੰਦਰ ਈਨੋ ਆ ਫਰਕੇ ਵਿਸ਼ੇਸ਼ਤ, ਲੇਕ ਅੰਦਰ ਈਨੋ ਆ ਫਰਕੇ ਵਿਸ਼ੇਸ਼ਤ। ਭਾਵੇਂ ਵੀ ਦਰਿਆ ਦੀਆਂ ਮੌਜਾਂ ਯਾਨੀ ਲਹਿਰਾਂ, ਮੌਜ ਲਹਿਰ ਨੂੰ ਕਹਿੰਦੇ, ਔਰ ਦਰਿਆ ਦੇਖਣ ਨੂੰ ਅਸਲ ਵਿੱਚ ਇੱਕੋ ਲੱਗਦੇ, ਦਰ ਹਕੀਕਤ ਇੱਕੋ ਨਜ਼ਰ ਆਉਂਦੇ, ਪਰ ਲੇਕ ਅੰਦਰ ਈਨੋ ਆ ਫਰਕੇ ਵਿਸ਼ੇਸ਼ਤ, ਪਰ ਵਿਸ਼ੇਸ਼ ਫਰਕ ਵੀ ਹੈ। ਦੇਖੋ ਸੰਤ ਲੋਕ, ਸੰਤ ਰਾਮ ਹੈ ਇੱਕੋ, ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਪਰ ਜਿੰਨਾ ਚਿਰ ਉਹ ਅਜੇ ਲੀਨ ਨਹੀਂ ਹੋਏ ਹੁੰਦੇ, ਸਰੀਰ 'ਚ ਹੁੰਦੇ ਆ, ਤਾਂ ਫਰਕ ਵਿਸ਼ੇਸ਼ ਵੀ ਹੈ। ਭਾਈ ਨੰਦ ਲਾਲ ਜੀ ਫਰਮਾ ਰਹੇ ਹੈ। ਤੋ ਇਹ ਚੀਜ਼ ਨੂੰ ਸਮਝਣ ਵਾਲੀ ਹੈ। ਗੁਰਬਾਣੀ ਦੀ ਜਿਹੜੀਆਂ ਸਤਰਾਂ ਹੁੰਦੀਆਂ, ਤੁਕਾਂ ਹੁੰਦੀਆਂ, ਮਹਾਂਵਾਕ ਹੁੰਦੇ, ਉਹਨਾਂ ਦੇ ਪਿੱਛੇ ਗੱਲ ਹੋਰ ਹੁੰਦੀ ਹੈ। ਉਹਨੂੰ ਫਿਰ ਸਾਨੂੰ ਸਮਝਣ ਖਾਤਰ ਮਹਾਂਪੁਰਖਾਂ ਦੀ, ਭਾਈ ਨੰਦ ਲਾਲ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਉਹਨਾਂ ਦਾ ਸਹਾਰਾ ਲੈਣਾ ਪੈਂਦਾ। ਉਸ ਤੋਂ ਬਿਨਾਂ ਸਾਡੀ ਸਮਝ 'ਚ ਨਹੀਂ ਗੁਰਬਾਣੀ ਆਉਂਦੀ। ਭਾਈ ਨੰਦ ਲਾਲ ਜੀ ਫਰਮਾਉਂਦੇ ਹੈ, ਮਨ ਇੱਕ ਮੌਜਮ, ਤੂੰ ਬਹਿਰੇ ਬੇਕਰਾਂ, ਬਹਿਰ ਸਮੁੰਦਰ ਨੂੰ ਕਹਿੰਦੇ, ਬੇਕਰਾਂ ਬਹੁਤ ਵਿਸ਼ਾਲ, ਜਿਹਨੂੰ ਆਪਾਂ ਮੁੱਚ ਕਹਿ ਦਿੰਦੇ, ਬਹੁਤ ਜ਼ਿਆਦਾ ਬੜਾ ਭਾਰੀ। ਮਨ ਇੱਕ ਮੌਜਮ, ਮਨ ਮੈਨੇ ਮੈਂ, ਫਾਰਸੀ 'ਚ ਮੈਂ ਇੱਕ ਮੌਜ ਹੈ, ਤੂੰ ਬਹੁਤ ਭਾਰੀ ਵੱਡਾ ਸਮੁੰਦਰ ਹੈ। ਫਰਕ ਬਾਸ਼ਦ ਅਜ, ਫਰਕ ਬਾਸ਼ਦ ਅਜ ਜ਼ਮੀਨੋ ਆਸਮਾਨ, ਫਰਕ ਇੰਨਾ ਜਿਵੇਂ ਜ਼ਮੀਨ ਦਾ ਔਰ ਅਸਮਾਨ ਦਾ ਹੈ। ਜਿਹੜੀ ਲਹਿਰ ਹੈ ਉਹ ਜ਼ਮੀਨ ਹੈ, ਸਮੁੰਦਰ ਆਸਮਾਨ। ਹਾਲਾਂਕਿ ਦੇਖਣ ਨੂੰ ਇੱਕੋ ਲੱਗਦੇ ਹੈ ਵੀ ਇੱਕ, ਪਰ ਫਰਕ ਫਿਰ ਵੀ ਬਹੁਤ ਹੈ। ਸੋਨਾ ਤੇ ਸੋਨੇ ਦਾ ਗਹਿਣਾ ਇੱਕ ਵੀ ਹੈ, ਦੋ ਵੀ ਹੈ। ਗਹਿਣਿਆਂ ਨੂੰ ਆਪਾਂ ਪਾ ਸਕਦੇ ਹਾਂ, ਸੋਨੇ ਨੂੰ ਪਾ ਨਹੀਂ ਸਕਦੇ, ਹਾਲਾਂਕਿ ਸੋਨਾ ਹੀ ਹੈ ਸਭ ਕੁਝ। ਗਹਿਣੇ ਦੀ ਵਰਤੋਂ ਹੋ ਸਕਦੀ ਹੈ ਇੱਧਰ ਉੱਧਰ, ਸੋਨਾ ਇਕੱਲਾ ਨਹੀਂ ਵਰਤੋਂ ਹੁੰਦੀ, ਉਹਦੀ ਡਲੀ ਪਈ ਰਹੂਗੀ ਸੁਨਿਆਰ ਦੇ ਕੋਲ। ਤੋ ਬਿਲਕੁਲ ਇਸ ਤਰ੍ਹਾਂ ਹੀ ਸਮਝਣ ਜੈਸੀਆਂ ਬਾਤਾਂ ਹੈ। ਸਾਧ ਸੰਗਤ ਜੋ ਇੱਕ ਸ਼ਬਦ ਆਇਆ ਸੀ ਦਰਗਾਹ, ਦਰਗਾਹ ਸ਼ਬਦ ਨੂੰ ਵੀ ਆਪਾਂ ਕਿਵੇਂ ਪੜ੍ਹਨਾ ਹੈ, ਥੋੜ੍ਹਾ ਜਿਹਾ ਸੋਚੀਏ ਵਿਚਾਰੀਏ ਤੁੱਛ ਬੁੱਧੀ ਅਨੁਸਾਰ। ਫਾਰਸੀ ਦੇ ਵਿੱਚ ਜਿਹੜਾ ਸ਼ਬਦ ਅੱਲਾ ਹੈ, ਦਰਗਾਹ ਹੈ ਔਰ ਗੁਨਾਹ ਹੈ, ਇਹ ਬਿਨਾਂ ਕੰਨੇ ਤੋਂ ਲਿਖੇ ਜਾਂਦੇ ਆ, ਪਰ ਬੋਲਿਆ ਜਾਂਦਾ ਕੰਨਾ। ਜਿਵੇਂ ਬਾਬਾ ਫਰੀਦ ਜੀ ਦਾ ਸ਼ਬਦ ਹੈ ਵੀ ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਉੱਥੇ ਗੁਣ ਹੀ ਲਿਖਿਆ ਹੋਇਆ ਵੀ ਮੈਂ ਗੁਣਾਂ ਨਾਲ ਭਰਿਆ ਵਾ, ਉਹ ਮਤਲਬ ਨਹੀਂ ਹੈ। ਗੁਨਾਹੀ ਭਰਿਆ ਕੰਨਾਂ ਕੋਲੋਂ ਲੱਗਣਾ ਉੱਥੇ, ਕਿ ਹੁਣ ਉਹਨਾਂ ਦਾ ਵਿਆਕਰਨ, ਲੈਂਗੁਏਜ ਐਸੀ ਹੈ ਉਹਨਾਂ ਦੀ, ਐਸੇ ਤਰੀਕੇ ਨਾਲ ਉਹ ਲਿਖਦੇ ਅੱਲਾ ਹੈ, ਬੋਲਦੇ ਅੱਲਾ ਹੈ, ਆਪਣਾ ਕੰਨਾਂ ਲਾ ਕੇ। ਬਿਲਕੁਲ ਇਸੇ ਤਰ੍ਹਾਂ ਬੋਲਦੇ ਦਰਗਾਹ ਹੈ, ਲਿਖਦੇ ਦਰਗਾਹ ਹੈ।
ਆਪਾਂ ਲੋਕ ਦਰਗਾਹ ਹੀ ਬੋਲੀ ਜਾਂਦੇ। ਚਲੋ ਠੀਕ ਹੈ, ਕਿਉਂਕਿ ਆਪਣੀ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਹੈ। ਪਰ ਜੇ ਆਪਾਂ ਨੂੰ ਗਿਆਨ ਹੋਵੇ ਪਿਛਲਾ ਫਾਰਸੀ ਦਾ ਵੀ ਥੋੜ੍ਹਾ ਬਹੁਤ, ਕਿਉਂਕਿ ਫਾਰਸੀ ਵੀ ਕਾਫੀ ਵਰਤੀ ਗਈ ਹੈ ਗੁਰਬਾਣੀ 'ਚ, ਫਿਰ ਇਹ ਸ਼ਬਦਾਂ ਦਾ ਪਤਾ ਹੋਣਾ ਚਾਹੀਦਾ। ਹਾਲਾਂਕਿ ਕੋਈ ਅਨਾੜੀ ਬੰਦਾ ਟੋਕ ਵੀ ਸਕਦਾ ਵੀ ਤੁਸੀਂ ਕੰਨਾਂ ਕਾਹਤੇ ਕੋਲ ਤੋਂ ਲਾਉਂਦੇ ਆ ਜੀ। ਉਹ ਭਾਈ ਇਹਨਾਂ ਚੀਜ਼ਾਂ ਦਾ ਤਾਂ ਕੋਈ ਹੱਲ ਹੈ ਨਹੀਂ। ਪਰ ਫਾਰਸੀ ਵਿੱਚ ਇੱਕ ਨੇ ਅੱਲਾਹ ਕਹਿੰਦੇ ਨੇ, ਆੜਾ ਲੱਲਾ ਹਾਏ ਨੂੰ ਔਂਕੜ ਅੱਲਾਹ। ਅੱਲਾਹ ਸ਼ਬਦ ਨਹੀਂ ਹੈ, ਸ਼ਬਦ ਅੱਲਾ ਹੈ। ਉਹ ਔਂਕੜ ਲੱਗਿਆ ਹੋਇਆ ਇੱਕ ਕਰਕੇ, ਵਿਆਕਰਨ ਦਾ ਭੇਦ ਹੈ, ਅੱਲਾ ਹੀ ਹੈ ਉਹ ਸ਼ਬਦ। ਜਿਵੇਂ ਸੱਸਾ ਬੱਬਾ ਦੱਦੇ ਨੂੰ ਔਂਕੜ ਹੈ, ਉਹ ਸ਼ਬਦ ਹੈ, ਸ਼ਬਦ ਉਹ ਨਹੀਂ ਹੈ। ਤੋ ਇਹ ਤਾਂ ਹੁਣ ਵਿਆਕਰਨ ਦੇ ਭੇਦ ਨੇ। ਫਿਰ ਜੇ ਸਮਝ ਆ ਜਾਊਗੀ ਤਾਂ ਆਪੇ ਪਤਾ ਲੱਗ ਜਾਊਗਾ। ਜਿੰਨਾ ਚਿਰ ਨਹੀਂ ਆਉਂਦੀ ਫਿਰ ਵਿਵਾਦ ਹੋਣਾ ਕੁਦਰਤੀ ਗੱਲ ਹੈ। ਤੋ ਐਸੇ ਤਰੀਕੇ ਨਾਲ ਹਿੰਦੀ ਵਿੱਚ ਹੈ। ਜਿਵੇਂ ਦਸ਼ਮੇਸ਼ ਜੀ ਨੇ ਇੱਕ ਜਗ੍ਹਾ ਲਿਖਿਆ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਪੱਪਾ ਸੱਸੇ ਨੂੰ ਔਂਕੜ ਪਸ। ਮਤਲਬ ਪਸ਼ੂ ਦਾ ਹੀ ਹੈ ਉਹਦਾ, ਵੀ ਕਈ ਪਸ਼ੂ ਬੁੱਤਾਂ ਨੂੰ ਪੂਜੀ ਜਾਂਦੇ, ਕਈ ਮੁਰਦਿਆਂ ਨੂੰ ਪੂਜੀ ਜਾਂਦੇ, ਬੜੀਆਂ ਦੀਵੇ ਬਾਲੀ ਜਾਂਦੇ। ਉਹ ਸ਼ਬਦ ਸੱਸੇ ਨੂੰ ਔਂਕੜ ਹੈ। ਪਰ ਹਿੰਦੀ ਵਿੱਚ ਕਿਵੇਂ ਹੈ ਉਹਦੀ ਬਣਤਰ? ਹਿੰਦੀ 'ਚ ਛੋਟਾ ਊ ਔਂਕੜੇ ਲਿਖਿਆ ਜਾਂਦਾ, ਬੋਲਦੇ ਉਹ ਦਲੈਂਕੜ ਨਾਲ, ਪ ਸ਼ਾ ਛੋਟਾ ਊ, ਬੋਲਦੇ ਆ ਪਸ਼ੂ। ਕਿਆ ਕਹੋਗੇ ਉਹਨਾਂ ਦੀ ਲੈਂਗੁਏਜ? ਇਸ ਤਰ੍ਹਾਂ ਹੀ ਲਿਖਦੇ ਆ, ਪ ਤ ਛੋਟੀ ਈ, ਪਤ। ਆਪਾਂ ਤਾਂ ਇੱਕ ਨੇ ਬੋਲਦੇ ਹਾਂ ਉਹਨੂੰ ਪੰਜਾਬੀ 'ਚ, ਪਰ ਅਸਲ ਵਿੱਚ ਉਹ ਹਿੰਦੀ ਵਾਲੇ ਉਹਨੂੰ ਛੋਟੀ ਈ ਪਾ ਕੇ ਬੋਲਦੇ ਆ ਬਿਹਾਰੀ ਦੇ ਤਰ੍ਹਾਂ, ਪਤੀ ਪਤੀ, ਪਤਨੀ ਲਿਖਦੇ ਸਿਆਰੀ ਨਾਲ। ਉਸੇ ਤਰ੍ਹਾਂ ਉਹ ਪੱਪਾ ਸੱਸੇ ਨੂੰ ਔਂਕੜ ਆਇਆ ਹੋਇਆ, ਬੋਲਦੇ ਆ ਉਹਨੂੰ, ਲਿਖਦੇ ਆ ਪਸ, ਬੋਲਦੇ ਆ ਪਸ਼ੂ। ਤਾਂ ਗੁਰੂ ਸਾਹਿਬ ਨੇ ਵੀ ਉੱਕਣੇ ਵਰਤ ਲਿਆ ਹੋਇਆ। ਜਾਣਕਾਰੀ ਹੋਣੀ ਚਾਹੀਦੀ ਹੈ, ਬੋਲੀ ਜਿਵੇਂ ਮਰਜ਼ੀ ਜਾਓ, ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਪੰਜਾਬੀ ਵਿੱਚ ਤਾਂ ਇੱਕ ਨੇ ਬੋਲ ਹੁੰਦਾ, ਪਰ ਸਮਝਣ ਵਾਸਤੇ ਇਹ ਜ਼ਰੂਰੀ ਹੈ। ਇਹ ਜਿਹੜੇ ਫਾਰਸੀ ਦੇ ਵਿਦਵਾਨ ਨੇ ਉਹਨਾਂ ਤੋਂ ਸਮਝੀ ਹੋਈ ਗੱਲ ਹੈ। ਸਾਡੇ ਪਿੰਡ ਵੀ ਹੁੰਦੇ ਸੀ ਕਈ ਫਾਰਸੀ ਪੜ੍ਹੇ ਹੋਏ ਪੁਰਾਣੇ, ਹੁਣ ਨਹੀਂ ਹੈ। ਉਹਨਾਂ ਨੇ ਇਹ ਗੱਲ ਸਮਝਾਈ ਸੀ ਵੀ ਇਸ ਤਰ੍ਹਾਂ ਅੱਲਾ ਲਿਖ ਹੁੰਦਾ ਬਿਨਾਂ ਕੰਨੇ ਤੋਂ, ਪਰ ਬੋਲਿਆ ਜਾਂਦਾ ਹੈ ਅੱਲਾਹ। ਲਿਖਦੇ ਆੜਾ ਲੱਲਾ ਹਾ, ਬੋਲਦੇ ਅੱਲਾਹ, ਦਰਗਾਹ, ਗੁਨਾਹ, ਇਹ ਸਾਰੇ ਸ਼ਬਦ। ਇਹ ਵਿਚਾਰ ਵੀ ਨਾਲ ਹੀ ਅੱਜ ਦੇ ਜੁੜਦੀ ਹੈ। ਇੱਕ ਵਿਚਾਰ ਹੋਰ ਕਰਕੇ ਸਮਾਪਤੀ ਕਰੀਏ। ਸੋਈ ਨਾਮ ਭਗਤੈ ਭਵਤਾਰਨ, ਅਮਰਦਾਸ ਗੁਰ ਕਉ ਫੁਰਿਆ। ਭੱਟਾਂ ਦੇ ਸਵਈਆਂ 'ਚ ਜ਼ਿਕਰ ਆਉਂਦਾ। ਉਹੀ ਨਾਮ ਜਿਹੜਾ ਅੰਦਰ ਪੈਦਾ ਹੁੰਦਾ ਸਭ ਭਗਤਾਂ ਦੇ, ਗੁਰੂਆਂ ਦੇ, ਭਗਤਾਂ ਨੂੰ ਤਾਰਨ ਵਾਲਾ ਜਿਹੜਾ ਭਗਤੈ ਭਵਤਾਰਨ, ਅਮਰਦਾਸ ਗੁਰ ਕਉ ਫੁਰਿਆ। ਪਹਿਲਾਂ ਉਹ ਫਿਰਦੇ ਸੀ ਯਾਤਰਾਵਾਂ ਕਰਦੇ ਦਰਿਆਵਾਂ ਦੀਆਂ, ਉਹ ਤ੍ਰੈਗੁਣਾ 'ਚ ਹੁੰਦਾ ਸਾਰਾ ਕੁਛ। ਜਦੋਂ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ, ਮੱਥੇ ਦਾ ਲੇਖ ਫੁੱਟਿਆ ਆ, ਫਿਰ ਉਹਨਾਂ ਨੂੰ ਅੰਦਰ ਨਾਮ ਪ੍ਰਗਟ ਹੋ ਗਿਆ, ਫੁਰ ਗਿਆ। ਫੁਰਨਾ ਸ਼ਬਦ ਵਰਤਿਆ ਭੱਟਾਂ ਨੇ ਬਹੁਤ। ਫੁਰਨਾ ਹੁੰਦਾ ਆਪਣੇ ਆਪ ਤੋਂ ਅੰਦਰ ਆ ਜਾਣਾ ਗੁਰੂ ਦੀ ਕਿਰਪਾ ਨਾਲ। ਸੋਈ ਨਾਮ ਭਗਤੈ ਭਵਤਾਰਨ, ਅਮਰਦਾਸ ਗੁਰ ਕਉ ਫੁਰਿਆ। ਉਹ ਫੁਰਨਾ ਜਿਹੜਾ ਉਹ ਇਸ ਤਰ੍ਹਾਂ ਹੁੰਦਾ ਅੰਦਰ ਤੋਂ, ਵੀ ਜਿਵੇਂ ਚਸ਼ਮਾ ਧਰਤੀ ਦਾ ਪੇਟ ਪਾੜ ਕੇ ਉੱਪਰ ਨਿਕਲ ਆਉਂਦਾ, ਬਿਨਾਂ ਕਿਸੇ ਮਿਹਨਤ ਦੇ ਪਾਣੀ ਉੱਪਰ ਨੂੰ ਆਈ ਜਾਂਦਾ, ਉਹ ਬਿਨਾਂ ਕਿਸੇ ਇੰਜਣ ਤੋਂ, ਬਿਨਾਂ ਕਿਸੇ ਮਸ਼ੀਨ ਤੋਂ। ਬਿਲਕੁਲ ਜਿਹੜਾ ਨਾਮ ਅੰਦਰ ਪ੍ਰਗਟ ਹੁੰਦਾ ਉਹ ਬਿਨਾਂ ਕਿਸੇ ਵੀ ਸਾਡੀ ਹਿੰਮਤ ਤੋਂ, ਸਪੌਂਟੇਨੀਅਸਲੀ ਆਪਣੇ ਆਪ ਝਰਨੇ ਦੀ ਤਰ੍ਹਾਂ, ਨਿੱਜਰ ਕਹਿੰਦੇ ਜਿਹਨੂੰ ਝਰਨਾ, ਉਸ ਤਰ੍ਹਾਂ ਅੰਦਰ ਚੱਲਦਾ। ਉਹੀ ਭੱਟ ਫਰਮਾਉਂਦੇ ਵੀ ਉਹੀ ਗੁਰੂ ਅਮਰਦਾਸ ਜੀ ਨੂੰ ਫੁਰ ਗਿਆ। ਚਰਨ ਛੋਹਾਂ ਤੋਂ ਬਾਅਦ ਗੁਰੂ ਸਾਹਿਬ ਦੀ ਚਰਨ ਛੋਹ ਮਿਲ ਗਈ ਗੁਰੂ ਅੰਗਦ ਦੇਵ ਜੀ ਦੀ। ਸੋ ਸਾਧ ਸੰਗਤ ਜੀ, ਇਹ ਸਭ ਬਾਤਾਂ ਸਮਝਣ ਜੈਸੀਆਂ ਹੈ। ਫੇਰ ਦਾਸਰਾ ਬੇਨਤੀ ਕਰਦਾ ਵੀ ਗੁਰਬਾਣੀ ਨੂੰ ਅੱਖਰਾਂ ਦੇ ਨਾਲ ਵਿਆਖਿਆ ਨਹੀਂ ਕਰੀ ਜਾ ਸਕਦੀ। ਹਾਲਾਂਕਿ ਅੱਖਰ ਵੀ ਪਵਿੱਤਰ ਹੈ ਜਿਹਦੇ ਵਿੱਚ ਗੁਰਬਾਣੀ ਲਿਖੀ ਹੋਈ ਹੈ, ਆਪਾਂ ਨਮਸਕਾਰ ਕਰਦੇ ਹਾਂ, ਪਰ ਜੇ ਸਮਝਣਾ ਹੈ ਤਾਂ ਉਹਦੇ ਮਗਰ ਜਾਣਾ ਪੈਣਾ। ਜਿਵੇਂ ਮੁਹਾਵਰੇ ਵੀ ਵਰਤੇ ਗਏ ਗੁਰਬਾਣੀ 'ਚ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਦੁਨੀਆ ਨਾਲ ਨਹੀਂ ਜਾਂਦੀ, ਦੁਨੀਆ ਖਾਤਰ ਦੀਨ ਵੀ ਗਵਾ ਲੈਂਦਾ ਬੰਦਾ। ਇਹ ਇਸ ਤਰ੍ਹਾਂ ਜਿਵੇਂ ਗਾਫਲ, ਯਾਨੀ ਜਿਹੜਾ ਰੱਬ ਤੋਂ ਗਾਫਲਤ ਕਰ ਰਿਹਾ ਹੈ, ਜਿਹੜਾ ਰੱਬ ਤੋਂ ਬੇਪਰਵਾਹ ਹੋਇਆ, ਲਾਪਰਵਾਹ ਹੋਇਆ, ਉਹ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਰਿਹਾ। ਹੁਣ ਕੁਹਾੜਾ ਮਾਰਨ ਦਾ ਜੇ ਆਪਾਂ ਆਖਰੀ ਅਰਥ ਲਵਾਂਗੇ ਤਾਂ ਕਿਤੇ ਗੱਲ ਠਿਕਾਣੇ ਨਹੀਂ ਲੱਗਣੀ। ਨਾ ਹੀ ਕੁਹਾੜਾ ਮਾਰਨ ਦੀ ਕੋਈ ਗੱਲ ਹੈ, ਇਹ ਮੁਹਾਵਰੇ ਦੇ ਤੌਰ 'ਤੇ ਵਰਤਿਆ ਗਿਆ।
ਅਣਭੋਲਪਣੇ 'ਚ ਸਾਡੇ ਸਿੱਖ ਵੀਰ ਵੀ ਇਸ ਤਰ੍ਹਾਂ ਸਮਝਦੇ ਬਹੁਤ ਸਾਰੀਆਂ ਗੱਲਾਂ ਵੀ ਜਿਵੇਂ ਅੱਖਰ ਲਿਖੇ ਗਏ ਉਹੀ ਸੱਚ ਹੈ। ਭਾਈ ਸੱਚ ਹੈ ਬਿਲਕੁਲ, ਪਰ ਅੱਖਰਾਂ ਦੇ ਪਿੱਛੇ ਜਿਹੜੀ ਗੱਲ ਹੈ ਉਹ ਸੱਚ ਹੈ। ਪਹਿਲਾਂ ਵਿਆਖਿਆ ਹੋ ਲਈ ਕਈ ਵਾਰ ਇਹਨਾਂ ਚੀਜ਼ਾਂ ਦੀ। ਬਿਰਖ ਜੰਮਿਓ ਹੈ ਪਾਰ ਜਾਤ, ਪੰਚਮ ਪਾਤਸ਼ਾਹ ਫਰਮਾਉਂਦੇ। ਹੋਲੀ ਕੀਨੀ ਸੰਤ ਸੇਵ ਜਿਹੜਾ ਸ਼ਬਦ ਹੈ ਉਹਦੇ ਵਿੱਚ ਆਉਂਦਾ ਹੈ, ਬਿਰਖ ਜੰਮਿਓ ਹੈ ਪਾਰ ਜਾਤ, ਫੁੱਲ ਲਾਗੇ ਫਲ ਰਤਨ ਭਾਂਤ। ਕਈ ਕਿਸਮਾਂ ਦੇ ਫਲ ਫੁੱਲ ਉਹਨੂੰ ਲੱਗੇ ਹੋਏ ਦਰਖਤ ਨੂੰ। ਹੁਣ ਗੁਰੂ ਮਹਾਰਾਜ ਗੁਰੂ ਪੰਚਮ ਇਹ ਥੋੜ੍ਹੀ ਕਹਿ ਰਹੇ ਵੀ ਮੇਰੇ ਅੰਦਰ ਕੋਈ ਦਰਖਤ ਜੰਮ ਪਿਆ, ਹਾਲਾਂਕਿ ਬਿਰਖ ਦਰਖਤ ਹੀ ਹੁੰਦਾ, ਪਰ ਉਹਦਾ ਮਤਲਬ ਹੈ ਵੀ ਨਾਮ ਪ੍ਰਗਟ ਹੋ ਗਿਆ ਅੰਦਰ। ਨਾਮ ਨਾਲ ਬਿਰਖ ਦੇ ਨਾਲ ਤਸ਼ਬੀਹ ਦਿੱਤੀ ਹੈ ਨਾਮ, ਔਰ ਇਹ ਤਸ਼ਬੀਹ ਕੋਈ ਉਹਨਾਂ ਨੇ ਇਕੱਲਿਆਂ ਨੇ ਨਹੀਂ ਦਿੱਤੀ, ਕਬੀਰ ਜੀ ਨੇ ਵੀ ਦਿੱਤੀ ਹੈ। ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ, ਕਹੇ ਕਬੀਰ ਹੋਂ ਤਾਂ ਕਾ ਸੇਵਕ, ਜਿਹਨੇ ਬਿਰਵਾ ਦੇਖਿਆ। ਬਿਰਵਾ ਬੂਟੇ ਨੂੰ ਕਹਿੰਦੇ ਛੋਟੇ ਨੂੰ। ਕਬੀਰ ਜੀ ਕਹਿੰਦੇ ਮੇਰੇ ਅੰਦਰ ਇਹ ਬੂਟਾ ਨਾਮ ਵਾਲਾ ਪ੍ਰਗਟ ਹੋ ਗਿਆ। ਔਰ ਗੁਰਮਤ ਤੋਂ ਬਾਹਰ ਜੇ ਸੂਫੀ ਸਾਹਿਤ ਦੀ ਗੱਲ ਕਰੀਏ, ਸੁਲਤਾਨ ਬਾਹੂ ਨੇ ਵੀ ਇਸੇ ਤਰ੍ਹਾਂ ਕਿਹਾ, ਅੱਲਾ ਅਲਫ ਅਲਫ ਅੱਲਾ ਚੰਬੇ ਕੀ ਬੂਟੀ, ਮੁਰਸ਼ਦ ਮਨ ਵਿੱਚ ਲਾਈ ਹੋ, ਅੰਦਰ ਬੂਟੀ ਮੁਸਕ ਮਚਾਇਆ, ਜਾਂ ਫੁੱਲਣ ਤੇ ਆਈ ਹੋ, ਜੀਵੇ ਮੁਰਸ਼ਦ ਕਾਮਲ ਬਾਹੂ, ਜਿਹਨੇ ਇਹ ਬੂਟੀ ਲਾਈ ਹੋ। ਉਹਨਾਂ ਨੇ ਬੂਟੀ ਨਾਲ ਤਸ਼ਬੀਹ ਦਿੱਤੀ ਹੈ, ਜਿੱਥੋਂ ਸੁਗੰਧੀ ਆਉਂਦੀ ਹੈ। ਕਹਿੰਦੇ ਮੇਰੇ ਅੰਦਰ ਉਹ ਬੂਟੀ ਪ੍ਰਗਟ ਹੋ ਗਈ। ਕਿਸੇ ਨੇ ਉਹਨੂੰ ਬ੍ਰਹਮ ਦਾ ਕੁੰਡ ਕਿਹਾ, ਉਹ ਵੀ ਤਸ਼ਬੀਹ ਹੈ, ਹਾਲਾਂਕਿ ਅੰਦਰ ਤਾਂ ਕੋਈ ਖੂਹ ਨਹੀਂ ਹੈ। ਉਲਟਾ ਕੂਆ ਗगन में जिसमें जल है चिराग, ਇਹ ਗੁਰਬਾਣੀ ਤੋਂ ਬਾਹਰ ਦੀ ਤੁਕ ਹੈ, ਪਰ ਗੱਲ ਇਸ ਤਰ੍ਹਾਂ ਵੀ ਹੈ, ਕਿਉਂਕਿ ਖੂਹ ਉਲਟਾ ਹੋਇਆ, ਅੰਦਰ ਸਭ ਕੁਝ ਉਲਟਿਆ ਵਾ ਹੁੰਦਾ ਉਹ ਅਵਸਥਾ ਵਿੱਚ। ਉੱਥੇ ਜ਼ਮੀਨ ਉੱਪਰ ਹੈ, ਅਸਮਾਨ ਨੀਚੇ ਹੈ, ਪੇੜ ਹਾਲਾਂਕਿ ਜੜ੍ਹਾਂ ਹੇਠਾਂ ਹੁੰਦੀਆਂ, ਪਰ ਉੱਥੇ ਜੜ੍ਹਾਂ ਉੱਪਰ ਹੈ, ਪੇਡਾਂ ਹੇਠ ਹੈ। ਇਹ ਸਾਰਾ ਕੁਝ ਜਿਹੜੀ ਰੂਹਾਨੀਅਤ ਹੈ ਉਹਦੇ 'ਚ ਉਲਟ ਹੁੰਦਾ। ਆਪਾਂ ਪਹਿਲਾਂ ਬਿਜਲੀ ਚਮਕਦੀ ਹੈ, ਦਿਖਦੀ ਹੈ, ਗਰਜ ਬਾਅਦ ਵਿੱਚ ਆਉਂਦੀ ਹੈ, ਪਰ ਅੰਦਰ ਬਿਲਕੁਲ ਉਲਟ ਹੁੰਦਾ। ਨਾਮ ਪਹਿਲਾਂ ਸੁਣਦਾ ਅੰਦਰ ਅਨਹਦ ਦੇ ਰੂਪ 'ਚ, ਪ੍ਰਗਟ ਦਰਸ਼ਨ ਬਾਅਦ 'ਚ ਹੁੰਦੇ। ਤਾਂ ਚਲੋ ਇਹ ਤਾਂ ਹੈ ਰੂਹਾਨੀਅਤ ਦੀਆਂ ਬਾਤਾਂ। ਅੱਜ ਆਪਾਂ ਨੇ ਜਿਹੜੀ ਵਿਚਾਰ ਕਰੀ ਉਹਦੇ ਨਾਲ ਹੀ ਇਹ ਚੀਜ਼ਾਂ ਜੁੜਦੀਆਂ ਸੀ, ਇਸ ਕਰਕੇ ਦੱਸ ਰਹੇ ਨੇ ਦੁਬਾਰਾ ਵਿਚਾਰ ਕਰੀਏ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।